ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਭੁੱਲਰ ਅਤੇ ਮੈਂ 2016 ਵਿੱਚ ਤੋਂ ਹੀ ਪੰਜਾਬ ਪੁਲਿਸ ਵਿੱਚ ਐਜ਼ ਸਬ ਇੰਸਪੈਕਟਰ ਵਰਕ ਕਰ ਰਿਹਾ। ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸ਼ਿਵ ਸ਼ੰਕਰ ਜੀ, ਜੋ 2023 ਵਿੱਚ ਸਬ ਇੰਸਪੈਕਟਰ ਦਾ ਰਿਜ਼ਲਟ ਆਇਆ ਉਹਨਾਂ ਵਿੱਚੋਂ ਵਨ ਆਫ ਦਾ ਟੋਪਰ ਨੇ। ਓਵਰਆਲ ਇਹਨਾਂ ਦਾ ਸਬ ਇੰਸਪੈਕਟਰ ਦੇ ਰਿਜ਼ਲਟ ਦੇ ਵਿੱਚ 11ਵਾਂ ਰੈਂਕ ਆਇਆ ਅਤੇ ਡਿਸਟ੍ਰਿਕਟ ਕੇਡਰ ਦੇ ਵਿੱਚ ਇਹਨਾਂ ਦਾ 6ਵਾਂ ਰੈਂਕ ਆਇਆ। ਅਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਇਹਨਾਂ ਨੇ ਕਿਵੇਂ ਤਿਆਰੀ ਕੀਤੀ ਸੀਗੀ ਅਤੇ ਕਿਵੇਂ ਇਸ ਮੁਕਾਮ 'ਤੇ ਪਹੁੰਚੇ, ਤਾਂ ਕਿ ਜਿੰਨੇ ਵੀ ਯੂਥ ਆ ਪੰਜਾਬ ਦੇ ਜਿਹੜੇ ਸਰਕਾਰੀ ਨੌਕਰੀਆਂ ਦੀ ਜਾਂ ਸਪੈਸ਼ਲੀ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਆ, ਉਹਨਾਂ ਨੂੰ ਥੋੜ੍ਹੀ ਹੈਲਪ ਹੋ ਸਕੇ ਤਿਆਰੀ ਵਿੱਚ ਆਪਦੇ ਆਪ ਨੂੰ ਸਕਸੈਸਫੁਲ ਕਰਨ ਦੀ। ਅਤੇ ਸ਼ਿਵ ਸ਼ੰਕਰ ਜੀ, ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਵੀ ਤੁਹਾਡਾ ਐਗਜ਼ਾਮ ਜਿਹੜਾ ਉਹ ਕਲੀਅਰ ਹੋਇਆ ਅਤੇ ਤੁਸੀਂ ਬਹੁਤ ਵਧੀਆ ਸਕੋਰ ਲਏ। ਅਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਹਾਨੂੰ ਫੀਲ ਕਿਵੇਂ ਦਾ ਹੋ ਰਿਹਾ ਅਤੇ ਤੁਹਾਡੇ ਪਰਿਵਾਰ ਨੂੰ ਕਿਵੇਂ ਦਾ ਫੀਲ ਹੋਇਆ ਜਦੋਂ ਤੁਸੀਂ ਐਗਜ਼ਾਮ ਇਹ ਕਲੀਅਰ ਕੀਤਾ? ਧੰਨਵਾਦ ਸਰ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅਤੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਸਰ। ਐਕਚੁਅਲੀ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀ ਕਿ ਮੁੰਡਾ ਸਬ ਇੰਸਪੈਕਟਰ ਲੱਗੇ ਅਤੇ ਡਿਸਟ੍ਰਿਕਟ ਕੈਡਰ 'ਚ ਲੱਗੇ, ਅਤੇ ਅੱਜ ਫਾਈਨਲੀ ਉਹ ਪੂਰਾ ਹੋ ਗਿਆ। ਅਤੇ ਉਹਨਾਂ ਨੂੰ ਵੀ ਬਹੁਤ ਵਧੀਆ ਫੀਲ ਹੋ ਰਿਹਾ। ਜਦੋਂ ਮੈਂ ਘਰੋਂ ਆਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਬੇਟਾ ਮੈਨੂੰ ਬਹੁਤ ਖੁਸ਼ੀ ਹੈ। ਅੱਛਾ, ਅਤੇ ਇਸ ਤੋਂ ਬਾਅਦ ਸਾਨੂੰ ਥੋੜ੍ਹਾ ਜਿਹਾ ਤੁਸੀਂ ਆਪਦੇ ਮੁੱਢਲੀ ਸਿੱਖਿਆ ਬਾਰੇ, ਵੀ ਤੁਸੀਂ ਜਦੋਂ ਸਕੂਲ 'ਚ ਵਿੱਚ ਜਾਂ ਫਿਰ ਕਾਲਜ ਵਿੱਚ ਸੀਗੇ ਤਾਂ ਉਦੋਂ ਪੜ੍ਹਾਈ ਵਿੱਚ ਕਿੱਦਾਂ ਦੇ ਸੀਗੇ, ਉਹਦੇ ਬਾਰੇ ਦੱਸੋ। ਜਦੋਂ ਮੈਂ ਸਕੂਲ 'ਚ ਸੀ ਗੌਰਮੈਂਟ ਸਕੂਲ ਤੋਂ, ਅਤੇ ਪੜ੍ਹਨ 'ਚ ਮੈਂ ਵਧੀਆ ਸੀਗਾ। 10th 'ਚ ਵੀ ਵਧੀਆ ਟੋਪਰਾਂ ਵਿੱਚ ਸੀ, ਅਤੇ 12th 'ਚ ਵੀ ਮੈਂ ਮੇਰੀ ਤਹਿਸੀਲ ਟੋਪ ਕੀਤਾ ਸੀਗਾ। ਕਾਲਜ 'ਚ ਆ ਕੇ ਥੋੜ੍ਹਾ ਮੈਂ ਇੱਧਰ ਧਿਆਨ ਦੇਣਾ ਘੱਟ ਕਰਤਾ ਸੀ, ਅਤੇ ਹੌਲੀ ਹੌਲੀ ਜਦੋਂ MSc ਕੀਤੀ ਹੈ ਉਦੋਂ ਵੀ ਮੈਂ ਟੋਪਰਾਂ 'ਚ ਸੀਗਾ। ਮਤਲਬ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮੈਂ ਸਟਾਰਟਿੰਗ ਤੋਂ ਹੀ ਇੱਕ ਵਧੀਆ ਸਟੂਡੈਂਟ ਰਿਹਾ। ਓਕੇ ਜੀ, ਅਤੇ ਸਾਨੂੰ ਥੋੜ੍ਹਾ ਜਿਹਾ ਇਹ ਵੀ ਦੱਸੋ, ਜਿਵੇਂ ਤੁਸੀਂ ਹੁਣ ਸਰਕਾਰੀ ਨੌਕਰੀਆਂ ਦੀ ਤਿਆਰੀ ਜਦੋਂ ਸ਼ੁਰੂ ਕੀਤੀ ਤਾਂ ਉਦੋਂ ਮਤਲਬ ਘਰ ਵੱਲੋਂ ਕਿਵੇਂ ਸਪੋਰਟ ਸੀ? ਅਤੇ ਇੱਕ ਥੋੜ੍ਹਾ ਜਿਹਾ ਇਹ ਵੀ ਦੱਸੋ, ਕਿਉਂਕਿ ਕਈ ਕੈਂਡੀਡੇਟਸ ਜਿਹੜੇ ਪੰਜਾਬ ਦੇ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਦੇ ਆ, ਮੰਨ ਲਓ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੁੰਦੀ, ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਸ਼ਾਇਦ ਮਨ 'ਚ ਰਹਿੰਦਾ ਕਿ ਸ਼ਾਇਦ ਇਹ ਜਿਹੜੇ ਸਰਕਾਰੀ ਪੇਪਰ ਆ ਉਹੀ ਬੰਦੇ ਕੱਢ ਸਕਦੇ ਆ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਵਧੀਆ। ਤਾਂ ਤੁਹਾਡੀ ਮਤਲਬ ਆਰਥਿਕ ਹਾਲਤ ਕਿਵੇਂ ਸੀਗੀ, ਮਾਂ ਪਿਓ ਕੀ ਕਰਦੇ ਸੀ, ਥੋੜ੍ਹਾ ਇਹਦੇ ਬਾਰੇ ਵੀ ਸਾਨੂੰ ਚਾਨਣਾ ਪਾਓ। ਹਾਂਜੀ ਸਰ, ਜਿਹੜੇ ਦੋ ਡਾਊਟ ਨੇ ਜਵਾਕਾਂ ਦੇ ਮੇਨ ਸਾਥੀਆਂ ਦੇ ਮੇਰੇ, ਕਿ ਇੱਕ ਤਾਂ ਇਕੋਨੋਮਿਕ ਕੰਡੀਸ਼ਨ ਅਤੇ ਦੂਜਾ ਕਿ ਤੁਹਾਨੂੰ ਸਰਕਲ ਕਿੱਦਾਂ ਦਾ ਮਿਲਿਆ ਜਾਂ ਘਰ ਵਾਲੇ ਕਿੰਨੇ ਕੁ ਪੜ੍ਹੇ ਨੇ। ਅਤੇ ਮੇਰੇ ਫਾਦਰ ਸਾਹਿਬ ਸਿਰਫ 5 ਪੜ੍ਹੇ ਨੇ। ਉਹਨਾਂ ਨੇ ਮੈਨੂੰ ਮੋਟੀਵੇਟ ਜ਼ਰੂਰ ਕੀਤਾ ਵੀ ਪੁੱਤਰ ਤੂੰ ਪੜ੍ਹ। ਅਤੇ ਈਵਨ ਮੈਂ ਜਦੋਂ 95 ਸਕੋਰ ਕੀਤਾ ਸੀ +1 'ਚ, ਉਹਨਾਂ ਨੇ ਆਏ ਨਹੀਂ ਕਿਹਾ ਵੀ ਬਹੁਤ ਵਧੀਆ ਸਕੋਰ ਹੈ। ਮੈਨੂੰ ਉਹਨੇ ਆਹੀ ਗੱਲ ਕਹੀ ਵੀ ਜੇ ਪੁੱਤਰ ਤੂੰ ਥੋੜ੍ਹਾ ਹੋਰ ਪੜ੍ਹਦਾ ਤਾਂ ਵਧੀਆ ਨੰਬਰ ਆ ਜਾਣੇ ਸੀ। ਅਤੇ ਮੈਨੂੰ ਇੰਨੀ ਕੋਈ ਆਸੇ ਪਾਸਿਓਂ ਕੋਈ ਸਪੋਰਟ ਨਹੀਂ ਮਿਲੀ। ਫਾਦਰ ਸਾਹਿਬ ਨੇ ਜ਼ਰੂਰ ਗਾਈਡ ਕੀਤਾ ਵੀ ਪੁੱਤਰ ਪੜ੍ਹ, ਵਧੀਆ ਨੌਕਰੀ ਲੱਗ ਜਾਏਗਾ। ਅਤੇ ਇੰਨੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਸਟਰੋਂਗ ਹੈ ਨਹੀਂ ਸੀ। ਮੈਂ ਆਪ ਹੀ ਤਿਆਰੀ ਕਰਕੇ ਜਾਂ ਆਪ ਨਾਲ ਨਾਲ ਕੰਮ ਕਰਕੇ ਹੀ ਪੜ੍ਹ ਕੇ ਆਇਆ। ਅਤੇ ਮੈਂ ਸਾਥੀਆਂ ਨੂੰ ਕਹਿਣਾ ਚਾਹਾਂਗੀ ਵੀ ਇੱਦਾਂ ਦੀ ਕੋਈ ਰੁਕਾਵਟ ਨਹੀਂ ਆਉਂਦੀ ਵੀ ਤੁਸੀਂ ਪਰਿਵਾਰ 'ਚੋਂ ਗਰੀਬ ਹੈਗੇ ਹੋ ਜਾਂ ਤੁਹਾਨੂੰ ਕੋਈ ਦੱਸਣ ਵਾਲਾ ਹੈ ਨਹੀਂ, ਤਾਂ ਤੁਸੀਂ ਇਹਦੀ ਟੈਨਸ਼ਨ ਨਾ ਲਓ। ਇੱਦਾਂ ਦਾ ਕੋਈ ਸਿਸਟਮ ਨਹੀਂਗਾ। ਅੱਜ ਕੱਲ੍ਹ ਤਾਂ ਬਹੁਤ ਸਾਰੇ ਸਾਧਨ ਹੈ ਕਿ ਤੁਹਾਨੂੰ ਗਾਈਡ ਕਰਨ ਨੂੰ, ਕਿ YouTube ਵਗੈਰਾ ਹੋਰ ਹੈ। ਬਾਕੀ ਫਾਈਨੈਂਸ਼ੀਅਲ ਸਿਸਟਮ ਜਿਹੜਾ ਹੈ ਉਹ ਤੁਹਾਡੇ ਬਾਧਾ ਨਹੀਂ ਬਣਦਾ ਤੁਹਾਡੀ ਸਕਸੈਸ 'ਚ। ਜੀ ਬਿਲਕੁਲ। ਇਸ ਤੋਂ ਬਾਅਦ ਸਾਨੂੰ ਥੋੜ੍ਹਾ ਇਹ ਵੀ ਦੱਸੋ ਵੀ ਜਿਵੇਂ ਤੁਸੀਂ ਸਰਕਾਰੀ ਨੌਕਰੀ ਦੀ ਜਦੋਂ ਤੁਹਾਡੇ ਮਨ ਵਿੱਚ ਕਦੋਂ ਇਹ ਆਇਆ ਕਿ ਸਰਕਾਰੀ ਨੌਕਰੀ ਵੱਲ ਜਾਣਾ, ਹੁਣ ਮੈਂ ਤਾਂ ਤਿਆਰੀ ਕਰਨੀ ਹੈ, ਅਤੇ ਕਿਵੇਂ ਸ਼ੁਰੂ ਕੀਤੀ ਤੁਸੀਂ ਤਿਆਰੀ? ਮੈਂ ਲਗਭਗ 2016 'ਚ ਜਦੋਂ ਆਸੇ-ਪਾਸੇ ਮੇਰੇ ਨਾਲ ਦੇ ਸਾਥੀ ਸੀ ਜਿਨ੍ਹਾਂ ਨੇ BTech ਕਰ ਲਈ ਅਤੇ ਮੈਂ ਗ੍ਰੈਜੂਏਸ਼ਨ ਕੀਤੀ ਸੀ ਅਤੇ MSc 'ਚ ਆਇਆ ਸੀਗਾ, ਅਤੇ ਤਾਂ ਦੇਖਿਆ ਕਿ ਉਹ ਸਾਰੇ ਇੰਜੀਨੀਅਰ ਜਿਹੜੇ ਸੀਗੇ ਉਹ ਸੈਟਲ ਹੋ ਰਹੇ ਸੀ। ਕੋਈ ਪੈਕੇਜ ਲੈ ਕੇ ਜਾ ਰਿਹਾ ਸੀਗਾ, ਕੋਈ ਆਪਦਾ ਬੈਂਕ 'ਚ PO ਲੱਗ ਰਿਹਾ ਸੀ, ਹੋ ਰਿਹਾ ਕੋਈ SSC ਵੱਲ ਨੂੰ ਮੂਵ ਕਰ ਰਿਹਾ ਸੀ। ਅਤੇ ਉਦੋਂ ਮੈਂ ਵੇਖਿਆ ਵੀ ਮੈਨੂੰ ਵੀ ਗੌਰਮੈਂਟ ਜੋਬ ਵੱਲ ਜਾਣਾ ਚਾਹੀਦਾ ਹੈ, ਅਤੇ ਮੈਂ 2016 ਦੇ ਵਿੱਚ ਆਪਦੀ ਤਿਆਰੀ ਸਟਾਰਟ ਕੀਤੀ ਸਰ। ਅਤੇ ਤੁਸੀਂ ਤਿਆਰੀ ਕਿੱਥੋਂ ਸਟਾਰਟ ਕੀਤੀ ਹੋ? ਮਤਲਬ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਕਿੱਥੋਂ ਪੜ੍ਹਾਂ? ਕੋਈ ਕੋਚਿੰਗ ਲਈ ਜਾਂ ਮਤਲਬ ਆਪੇ ਤੁਸੀਂ ਤਿਆਰੀ ਸ਼ੁਰੂ ਕੀਤੀ ਜਾਂ ਕਿਤੋਂ ਦੇਖਿਆ? ਸਰ ਮੈਂ ਕੋਚਿੰਗ ਤਾਂ ਕੋਈ ਵੀ ਨਹੀਂ ਲਈ, ਕਿਉਂਕਿ ਉਸ ਟਾਈਮ ਜਿੱਥੇ ਮੈਂ ਸੀਗਾ ਕਿ ਉੱਥੇ ਕੋਚਿੰਗ ਇੰਨਾ ਹੈ ਨਹੀਂ ਸੀਗਾ, ਕਿ ਜਿਹੜੇ ਵੀ ਟੀਚਰ ਸੀਗੇ ਨੋਰਮਲੀ ਸੀਗੇ, ਅਤੇ ਇੰਨਾ ਜ਼ਿਆਦਾ SSC ਦਾ ਵੀ ਕਰੇਜ ਹੈ ਨਹੀਂ ਸੀ। ਅਤੇ ਮੈਂ SSC ਦਾ ਪੇਪਰ ਜਿਹੜਾ ਹੈ ਤਿਆਰੀ ਕਰਨ ਲੱਗ ਗਿਆ ਸੀ ਵੀ ਇਹਦਾ ਪੇਪਰ ਦਊਂਗਾ। ਅਤੇ ਮੈਂ ਧੀਰੇ ਧੀਰੇ ਇੱਧਰੋਂ ਉੱਧਰੋਂ ਸਰਚ ਕਰਕੇ ਜਾਂ ਥੋੜ੍ਹੀ ਜਾਣਕਾਰੀ ਲੈ ਕੇ ਆਸੇ ਪਾਸੇ ਦੇ ਮੁੰਡਿਆਂ ਤੋਂ ਕਿਤਾਬਾਂ ਪੜ੍ਹਨੀਆਂ ਸਟਾਰਟ ਕੀਤੀਆਂ। ਅਤੇ ਬੇਸਿਕਲੀ ਮੈਂ ਮੈਥ ਦਾ ਸਟੂਡੈਂਟ ਸੀ, ਅਤੇ ਮੈਂ ਪਹਿਲਾਂ ਮੈਥ 'ਤੇ ਫੋਕਸ ਕੀਤਾ ਅਤੇ ਉਹਦੇ ਬਾਅਦ ਇੰਗਲਿਸ਼ 'ਤੇ। ਤਾਂ ਜਿਵੇਂ ਤੁਸੀਂ ਦੱਸਿਆ ਵੀ 2016 ਤੋਂ ਤੁਸੀਂ ਤਿਆਰੀ ਸ਼ੁਰੂ ਕੀਤੀ, ਅਤੇ 2016 ਤੋਂ ਜਿਵੇਂ ਤੁਸੀਂ ਤਿਆਰੀ ਸ਼ੁਰੂ ਕੀਤੀ ਅਤੇ ਹੁਣ 2023 ਦੇ ਵਿੱਚ ਆ ਕੇ ਲਗਭਗ
ਟੋਟਲ 7 ਕੁ ਸਾਲ ਹੋ ਗਏ ਨੀਅਰ ਅਬਾਊਟ ਜਿਹਦੇ 'ਚ ਤੁਸੀਂ ਤਿਆਰੀ ਕੀਤੀ। ਤਾਂ ਤੁਹਾਡੇ ਇਸ ਤਿਆਰੀ ਦੇ ਦੌਰਾਨ ਜਿਹੜਾ ਸਬ ਇੰਸਪੈਕਟਰ ਦਾ ਐਗਜ਼ਾਮ ਹੈ 2023 ਵਿੱਚ ਤੁਸੀਂ ਕਲੀਅਰ ਕੀਤਾ, ਕਿ ਇਹੀ ਐਗਜ਼ਾਮ ਕਲੀਅਰ ਹੋਇਆ ਜਾਂ ਕੋਈ ਹੋਰ ਪੇਪਰ ਵੀ ਤੁਸੀਂ ਕਲੀਅਰ ਕੀਤੇ? ਉਹ ਜਰਨੀ ਬਾਰੇ ਦੱਸੋ ਥੋੜ੍ਹਾ ਜਿਹਾ, ਵੀ ਜੇ ਕੋਈ ਹੋਰ ਪੇਪਰ ਵੀ ਕਲੀਅਰ ਹੋਇਆ ਤਾਂ। ਸਰ 2017 'ਚ ਮੇਰਾ SSC CGL ਕਲੀਅਰ ਹੋ ਗਿਆ ਸੀ, ਵਧੀਆ ਸਕੋਰ ਸੀਗਾ, ਪਰ ਉਸ ਟਾਈਮ ਚੀਟਿੰਗ ਦੇ ਕੇਸਿਸ ਹੋਣ ਕਰਕੇ ਮੈਂ ਡਿਸਕ੍ਰਿਪਟਿਵ ਛੱਡਤਾ ਸੀ। ਸ਼ਾਇਦ ਉਹ ਮੇਰੀ ਗਲਤੀ ਸੀਗੀ, ਮੈਨੂੰ ਉਸ ਟਾਈਮ ਜੋ ਮਿਲ ਜਾਣੀ ਸੀ। ਉਹਦੇ ਬਾਅਦ ਮੈਂ 2 ਵਾਰੀ SSC CPO ਵੀ ਫਾਈਟ ਕੀਤਾ, ਕਲੀਅਰ ਕੀਤਾ, ਅਤੇ ਉਹਦੇ ਨਾਲ ਕਈ SSC ਜਿਹੜਾ CHSL ਸੀਗਾ ਮੈਂ ਉਹਦੀ ਟਾਈਪਿੰਗ ਛੱਡੀ ਸੀ, ਉਹ ਦੋਨੇ ਨਾਲ ਕੋਲੋਇਡ ਕਰ ਗਏ ਸੀ। ਮੇਰਾ ਮੇਨਸ ਦਾ ਪੇਪਰ CPO ਦਾ ਅਤੇ ਉਹਦਾ CHSL ਦੀ ਟਾਈਪਿੰਗ, ਅਤੇ ਇੰਨੀ ਟਾਈਪਿੰਗ ਹੁੰਦੀ ਵੀ ਨਹੀਂ ਸੀ। ਸਟੈਨੋਗ੍ਰਾਫਰ ਵੀ ਮੈਂ ਕਲੀਅਰ ਕੀਤਾ, ਮੇਰੇ ਗੁੱਡ ਸਕੋਰ ਸੀਗਾ 180 ਅਰਾਊਂਡ ਆਊਟ ਆਫ 200, ਬਟ ਸਟੈਨੋ ਨਹੀਂ ਸੀ ਆਉਂਦੀ। 3-4 ਮੰਥ ਸੀਗੇ ਬਟ ਮੈਂ ਕਰ ਨਹੀਂ ਪਾਇਆ, ਮੈਨੂੰ ਹੋਰ ਵੀ ਜ਼ਰੂਰੀ ਕੰਮ ਸੀ ਥੋੜ੍ਹੇ, ਜਾਂ ਹਾਲਾਤ ਇੱਦਾਂ ਦੇ ਸੀ ਕਿ ਸਟੈਨੋ ਸਿੱਖਣ ਦਾ ਮੈਨੂੰ ਮੌਕਾ ਨਹੀਂ ਮਿਲਿਆ। ਉਹਦੇ ਬਾਅਦ ਮੈਂ ਰੇਲਵੇ ਦੀ 2 ਭਰਤੀ ਆਈ ਸੀ ਸਰ, ਰੇਲਵੇ ਗਰੁੱਪ D ਅਤੇ ਟੈਕਨੀਸ਼ੀਅਨ ਪਲੱਸ ALP। ਉਹ ਨੋਨ ਮੈਡੀਕਲ ਬੇਸਡ ਸੀਗੀ ਸਰ, ਉਸ 'ਚ ਟੈਕਨੀਸ਼ੀਅਨ 300 ਪੋਸਟ ਸੀਗੀਆਂ, ਅਤੇ ਮੈਂ ਉਹਨਾਂ ਦਾ ਐਗਜ਼ਾਮ ਦਿੱਤਾ ਅਤੇ ਉਹਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ। ਗਰੁੱਪ D 'ਚ ਵੀ ਹੋ ਗਿਆ ਸੀ ਪਰ ਮੈਂ ਉਹ ਛੱਡਤੀ ਸੀ, ਅਤੇ ਉਹਦੇ ਵਿੱਚ ਹੋਏ ਬਾਅਦ ਮੈਂ ਪੰਜਾਬ ਦੇ ਪੇਪਰਾਂ ਵੱਲ ਮੂਵ ਕੀਤਾ ਸਰ, ਅਤੇ ਪੰਜਾਬ ਦੇ ਪੇਪਰ ਦੇਣ ਲੱਗਿਆ ਜਦੋਂ, ਅਤੇ ਜਿੰਨੇ ਪੰਜਾਬ ਦੇ ਮੈਂ ਪੇਪਰ ਦਿੱਤੇ ਲਗਭਗ ਮੇਰੇ ਸਾਰੇ ਪੇਪਰ ਕਲੀਅਰ ਨੇ ਜੀ। ਅਤੇ ਕਰੰਟਲੀ ਐਜ਼ ਏ ਪਟਵਾਰੀ ਮੈਂ ਜਲੰਧਰ ਜੋਬ ਕਰ ਰਿਹਾ ਸਰ। ਓਕੇ, ਤੁਸੀਂ ਸਾਨੂੰ ਜਿਵੇਂ ਦੱਸਿਆ ਵੀ ਰੇਲਵੇ ਵਿੱਚ ਵੀ ਤੁਸੀਂ ਭਰਤੀ ਹੋਏ ਸੀ, ਗਰੁੱਪ D ਦੀ ਕੋਈ ਪੋਸਟ ਸੀਗੀ ਹੈ ਨਾ, ਅਤੇ ਉਸ ਤੋਂ ਬਾਅਦ ਪਹਿਲਾਂ ਕਿਹੜਾ ਪੰਜਾਬ ਦਾ ਕਿਹੜਾ ਪੇਪਰ ਸੀ ਜਿਹੜਾ ਤੁਸੀਂ ਕਲੀਅਰ ਕੀਤਾ ਅਤੇ ਜਿਹਨੂੰ ਜੁਆਇਨ ਵੀ ਕੀਤਾ ਤੁਸੀਂ? ਅਤੇ ਨਾਲੇ ਇੱਕ ਚੀਜ਼ ਹੋਰ, ਇੱਕ ਪਹਿਲਾ ਸਵਾਲ ਤਾਂ ਇਹ ਹੈ ਵੀ ਕਿਹੜਾ ਪੇਪਰ ਜਿਹੜਾ ਤੁਸੀਂ ਪੰਜਾਬ ਦਾ ਜੁਆਇਨ ਕੀਤਾ ਕਲੀਅਰ ਕਰਕੇ। ਦੂਜਾ ਸਵਾਲ ਇਹ ਹੈ ਵੀ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਆ ਜਿਹੜੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ, ਅਤੇ ਜਦੋਂ ਉਹਨਾਂ ਦਾ ਕੋਈ ਐਗਜ਼ਾਮ ਕਲੀਅਰ ਹੋ ਜਾਂਦਾ ਤਾਂ ਉਹ ਜੁਆਇਨ ਕਰ ਲੈਂਦੇ ਆ। ਤੁਸੀਂ ਜਿਹੜਾ ਗਰੁੱਪ D ਦਾ ਜਿਹੜਾ ਪੇਪਰ ਸੀ ਜਿਹੜਾ ਤੁਸੀਂ ਕਲੀਅਰ ਕੀਤਾ, ਉਹਨੂੰ ਜੁਆਇਨ ਕਿਉਂ ਨਹੀਂ ਕੀਤਾ ਜਾਂ ਜੁਆਇਨ ਕਰਕੇ ਛੱਡ ਕਿਉਂ ਦਿੱਤਾ? ਸਰ ਪਹਿਲੀ ਗੱਲ, ਜਿਹੜਾ ਜੁਆਇਨ ਕੀਤਾ ਸੀ ਗਰੁੱਪ C ਮੈਂ ਕੀਤਾ ਸੀਗਾ, ਗਰੁੱਪ D ਮੈਂ ਵੈਸੇ ਹੀ ਸਕਿਪ ਕਰਤਾ ਸੀ। ਅਤੇ ਜਦੋਂ ਮੈਂ ਗਰੁੱਪ C 'ਚ ਆਇਆ, ਜਦੋਂ ਮੈਂ ਕੰਮ ਵੇਖਿਆ, ਅਤੇ ਉਹ ਕੰਮ ਹੈਗਾ ITI ਟ੍ਰੇਡ ਦਾ ਜਾਂ ਜਿਹਨਾਂ ਨੇ BTech ਕੀਤੀ ਹੈ, ਅਤੇ ਉਹਦੇ ਬਾਅਦ ਮੈਂ ਸਿਰਫ +2 ਨੋਨ ਮੈਡੀਕਲ ਬੇਸ 'ਤੇ ਐਗਜ਼ਾਮ ਦਿੱਤਾ ਸੀ। ਜਦੋਂ ਮੈਂ ਫੀਲਡ 'ਚ ਆਇਆ, ਉਸ 'ਚ 9 ਮੰਥ ਦੀ ਫੀਲਡ ਟ੍ਰੇਨਿੰਗ ਹੈ, 3 ਮੰਥ ਦੀ ਸਕੂਲ ਟ੍ਰੇਨਿੰਗ। ਸਕੂਲ 'ਚ ਬੇਸਿਕਲੀ ਮੈਨੂੰ ਕੁਝ ਨਹੀਂ ਸਮਝ ਆਇਆ, ਟੀਚਰ ਕਰਵਾਉਂਦੇ ਸੀ, ਬਹੁਤ ਵਧੀਆ ਕਰਵਾਉਂਦੇ ਸੀ, ਬਟ ਮੈਨੂੰ ਨਹੀਂ ਸਮਝ ਆਇਆ। ਜਦੋਂ ਮੈਂ ਫੀਲਡ 'ਚ ਆਇਆ, ਜਿਹੜੇ ਮੇਰੇ ਸੀਨੀਅਰ ਸੀ ਉਹਨਾਂ ਨੇ ਬਹੁਤ ਸਪੋਰਟ ਕੀਤਾ, ਬਹੁਤ ਸਿਖਾਉਣ ਦੀ ਕੋਸ਼ਿਸ਼ ਕੀਤੀ, ਬਟ ਉਹ ਥੋੜ੍ਹਾ ਇਲੈਕਟ੍ਰੀਕਲ ਕੰਮ ਵੀ ਸੀਗਾ, ਸਿਗਨਲ ਦਾ ਵੀ ਕੰਮ ਸੀਗਾ, ਅਤੇ ਮੈਨੂੰ ਨਹੀਂ ਸਮਝ ਆਇਆ। ਮੈਨੂੰ ਲੱਗਿਆ ਵੀ ਮੇਰੀ ਆ ਲਾਈਨ ਨਹੀਂ ਹੈ ਅਤੇ ਮੈਂ ਇਹਦੇ 'ਚ ਸਰਵਾਈਵ ਨਹੀਂ ਕਰ ਸਕਾਂਗਾ, ਅਤੇ ਮੈਨੂੰ ਲਾਈਨ ਚੇਂਜ ਕਰਨੀ ਚਾਹੀਦੀ ਹੈ। ਉਦੋਂ ਮੈਂ ਲਾਈਨ ਚੇਂਜ ਕੀਤੀ ਸਰ, ਦੂਜੇ ਪੇਪਰਾਂ ਦੀ ਤਿਆਰੀ ਸਟਾਰਟ ਕੀਤੀ। ਪੰਜਾਬ 'ਚ ਜਿਹੜਾ ਮੇਰਾ ਪਹਿਲਾ ਪੇਪਰ ਕਲੀਅਰ ਹੋਇਆ ਉਹ ਪੰਜਾਬ ਪੁਲਿਸ ਕੌਂਸਟੇਬਲ ਸੀਗਾ, ਪਰ ਮੈਂ ਉਹ ਜੁਆਇਨ ਨਹੀਂ ਕੀਤਾ। ਕਿਹੜੇ ਸਾਲ 'ਚ? ਪਿਛਲੀ ਜਿਹੜੀ ਭਰਤੀ ਆਈ ਸੀ 4000 ਦੇ ਨੀਅਰ ਜਿਹੜੀ ਭਰਤੀ ਸੀਗੀ, ਅਤੇ ਉਹਦੇ ਬਾਅਦ ਮੇਰਾ ਪੰਜਾਬ ਪਟਵਾਰੀ ਕਲੀਅਰ ਹੋ ਗਿਆ ਸਰ। ਉਸ 'ਚ ਮੈਨੂੰ ਜਲੰਧਰ ਮਿਲਿਆ ਸੀ। ਮੈਂ ਪੰਜਾਬ ਪਟਵਾਰੀ ਵੀ ਜੁਆਇਨ ਨਹੀਂ ਸੀ ਕਰਨਾ ਚਾਹੁੰਦਾ, ਪਰ ਫਾਦਰ ਸਾਹਿਬ ਨੇ ਕਿਹਾ ਕਿ ਇੱਕ ਜੋਬ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਮੈਂ ਚਾਹੁੰਦਾ ਸੀ ਕਿ ਮੈਂ ਫਰਦਰ ਤਿਆਰੀ ਕਰਾਂ ਹੋਰ ਜੋਬਸ ਲਈ, ਪਰ ਉਹਨਾਂ ਦੇ ਕਹਿਣ 'ਤੇ ਮੈਂ ਆ ਜੁਆਇਨ ਕੀਤੀ, ਅਤੇ ਫਿਰ ਪਟਵਾਰੀ ਦੇ ਨਾਲ ਨਾਲ ਮੈਂ ਸਬ ਇੰਸਪੈਕਟਰ 'ਤੇ ਫੋਕਸ ਕੀਤਾ। ਤਾਂ ਇੱਕ ਸਵਾਲ, ਜਿਵੇਂ ਹੁਣ ਤੁਸੀਂ ਵੈਸੇ ਤਾਂ ਜਵਾਬ ਦੇ ਹੀ ਦਿੱਤਾ ਕਿ ਫਾਦਰ ਸਾਹਿਬ ਨੇ ਕਿਹਾ ਵੀ ਜੋਬ ਸਿਕਿਉਰਿਟੀ ਹੋਣੀ ਚਾਹੀਦੀ ਹੈ, ਤਾਂ ਤੁਸੀਂ ਪਟਵਾਰੀ ਜੁਆਇਨ ਕਰ ਲਿਆ। ਅਤੇ ਜਦੋਂ ਤੁਹਾਡਾ ਕਾਂਸਟੇਬਲ ਦਾ ਐਗਜ਼ਾਮ ਕਲੀਅਰ ਹੋਇਆ ਸੀ, ਤੁਹਾਡੇ ਕੋਲ ਹੌਸਲਾ ਕਿਵੇਂ ਆਇਆ ਆਪਦੇ ਆਪ 'ਚ ਵੀ ਯਾਰ ਵੀ ਜੋਬ ਲੈਣੀ ਬੜੀ ਔਖੀ ਆ ਅੱਜ ਦੇ ਟਾਈਮ 'ਤੇ, ਸਾਰੇ ਸਟੈਂਡਰਡ ਇੰਨੀ ਤਿਆਰੀ ਕਰਦੇ ਆ, ਹਰ ਕਿਸੇ ਨੂੰ ਜੋਬ ਮਿਲਦੀ ਨਹੀਂ, ਵੀ ਤੁਹਾਨੂੰ ਮਿਲ ਗਈ ਸੀ ਕਾਂਸਟੇਬਲ ਦੀ, ਫਿਰ ਵੀ ਤੁਹਾਨੂੰ ਹੌਸਲਾ ਕਿੱਥੋਂ ਆਇਆ ਵੀ ਤੁਸੀਂ ਉਹ ਸਕਿਪ ਕਰਤੀ ਵੀ ਨਹੀਂ ਯਾਰ ਵੀ ਮੈਂ ਹੋਰ ਤਿਆਰੀ ਕਰੂੰਗਾ? ਸਰ ਇਹ ਜਦੋਂ ਰਿਜ਼ਲਟ ਆਇਆ ਪੰਜਾਬ ਪੁਲਿਸ ਕਾਂਸਟੇਬਲ ਦਾ, ਉਸ ਤੋਂ ਪਹਿਲਾਂ ਪਟਵਾਰੀ ਦਾ ਪੇਪਰ ਹੋ ਗਿਆ ਸੀ। ਮੈਨੂੰ ਜ਼ਿਆਦਾ ਟਾਈਮ ਨਹੀਂ ਸੀ ਮਿਲਿਆ ਇਹਦੀ ਤਿਆਰੀ ਕਰਨ ਨੂੰ, ਪਰ ਮੇਰੇ ਬੇਸਿਕਸ ਕਲੀਅਰ ਸੀਗੇ, ਅਤੇ ਮੈਥ, ਰੀਜ਼ਨਿੰਗ, ਇੰਗਲਿਸ਼, ਕੰਪਿਊਟਰ ਵਗੈਰਾ ਇੱਦਾਂ ਦੇ ਸਬਜੈਕਟ ਸਟਰੋਂਗ ਸੀ। ਜਿਹੜਾ ਥੋੜ੍ਹਾ ਵੀਕ ਪੁਆਇੰਟ ਜਿਹਨੂੰ ਕਹਿ ਦਿੰਦੇ ਆ, ਰਿਵਾਈਜ਼ ਦੀ ਜ਼ਿਆਦਾ ਜ਼ਰੂਰਤ ਪੈਂਦੀ ਸੀ, ਉਹ GK ਅਤੇ ਪੰਜਾਬ GK ਸੀਗਾ, ਅਤੇ ਮੈਨੂੰ ਉਹਦੇ ਲਈ ਜਿੰਨਾ ਵੀ ਟਾਈਮ ਮਿਲਿਆ ਮੈਂ ਸਿਰਫ ਉਹਦੇ 'ਤੇ ਫੋਕਸ ਕੀਤਾ ਕਿ ਆਪਦੇ ਵੀਕ ਪੁਆਇੰਟ ਨੂੰ ਇੰਪਰੂਵ ਕਰਾਂ, ਅਤੇ ਮੈਨੂੰ ਪੂਰਾ ਮਤਲਬ ਕੌਨਫੀਡੈਂਸ ਸੀਗਾ ਵੀ ਮੇਰਾ ਪੰਜਾਬ ਪਟਵਾਰੀ 'ਚ ਹੋ ਜਾਊਗਾ। ਤਾਂ ਕਰਕੇ ਮੈਂ ਕਾਂਸਟੇਬਲ ਨੂੰ ਸਕਿਪ ਕੀਤਾ, ਅਤੇ ਉੱਧਰੋਂ ਨਾਲ ਰਿਜ਼ਲਟ ਵੀ ਆ ਗਿਆ ਸੀਗਾ ਪਟਵਾਰੀ ਦਾ ਥੋੜ੍ਹੇ ਦਿਨਾਂ ਬਾਅਦ, ਅਤੇ ਮੈਂ ਹੋਲਡ 'ਤੇ ਰੱਖੀ ਸੀ ਪੋਸਟ ਕਾਂਸਟੇਬਲ ਦੀ। ਜਦੋਂ ਮੈਨੂੰ ਕਈ ਵਾਰ ਕੋਲ ਵੀ ਆਏ SSP ਆਫਿਸ 'ਚੋਂ ਕਿ ਤੁਸੀਂ ਆਓ, ਨਹੀਂ ਤਾਂ ਸਾਨੂੰ ਲਿਖ ਕੇ ਦਿਓ, ਤਾਂ ਮੈਂ ਉਹਨਾਂ ਨੂੰ ਆਹੀ ਕਿਹਾ ਵੀ ਈਮੇਲ ਪਾਈ ਸੀ ਵੀ ਮੈਂ ਇਸ ਪੋਸਟ ਨੂੰ ਹੋਲਡ 'ਤੇ ਰੱਖਣਾ ਚਾਹੁੰਦਾ। ਜਦੋਂ ਮੇਰਾ ਪਟਵਾਰੀ 'ਚ ਹੋ ਗਿਆ, ਮੇਰਾ ਕਲੀਅਰ ਹੋ ਗਿਆ, ਉਸ ਟਾਈਮ ਮੈਂ ਇਸ ਪੋਸਟ ਨੂੰ ਕੈਂਸਲ ਕਰ ਦਾਂਗਾ ਜਾਂ ਰਿਜ਼ਾਈਨ ਕਰ ਦਾਂਗਾ। ਠੀਕ ਹੈ।
ਅੱਛਾ ਚਲੋ, ਇਹ ਤਾਂ ਥੋੜ੍ਹਾ ਜਿਹਾ ਦੌਰ ਹੋਇਆ ਜਦੋਂ ਤੁਸੀਂ ਪੇਪਰ ਦੇ ਰਹੇ ਸੀਗੇ ਜਾਂ ਕਿਵੇਂ ਤੁਸੀਂ ਪਹਿਲੇ ਪੇਪਰ ਕਲੀਅਰ ਕੀਤੇ। ਥੋੜ੍ਹਾ ਜਿਹਾ ਹੁਣ ਸਾਨੂੰ ਇਹ ਦੱਸੋ ਵੀ ਜਦੋਂ ਤੁਸੀਂ ਤਿਆਰੀ ਕਰ ਰਹੇ ਸੀਗੇ ਐਗਜ਼ਾਮਸ ਦੀ, ਉਹਦੇ ਵਿੱਚ ਤੁਹਾਡਾ ਟਾਈਮ ਟੇਬਲ ਕੀ ਹੁੰਦਾ ਸੀਗਾ ਪੜ੍ਹਾਈ ਨੂੰ ਲੈ ਕੇ, ਅਤੇ ਤੁਸੀਂ ਲਗਭਗ ਦਿਨ 'ਚ ਕਿੰਨੇ ਕੁ ਆਵਰਸ ਪੜ੍ਹਦੇ ਸੀਗੇ, ਜਾਂ ਮਤਲਬ ਇਸ ਚੀਜ਼ ਨੂੰ ਫੋਕਸ ਰੱਖ ਕੇ ਚੱਲਦੇ ਸੀਗੇ ਕਿ ਇੰਨੇ ਘੰਟੇ ਤਾਂ ਮੈਂ ਪੜ੍ਹਨਾ ਹੀ ਪੜ੍ਹਨਾ, ਜਾਂ ਇੱਦਾਂ ਦਾ ਕੁਛ ਸਪੈਸੀਫਿਕ ਨਹੀਂ ਸੀ ਹੁੰਦਾ? ਕਿਵੇਂ ਤੁਸੀਂ ਫੋਲੋ ਕਰਦੇ ਸੀ ਟਾਈਮ ਟੇਬਲ ਨੂੰ? ਸਰ ਬੇਸਿਕਲੀ ਇੱਦਾਂ ਸੀਗਾ ਕਿ ਜਦੋਂ ਮੈਂ ਐਸਐਸਸੀ ਦੀ ਤਿਆਰੀ ਕੀਤੀ, ਹੁਣ ਥੋੜ੍ਹਾ ਪੈਟਰਨ ਚੇਂਜ ਹੋਇਆ ਐਸਐਸਸੀ ਦਾ। ਇਸ ਤੋਂ ਪਹਿਲਾਂ ਐਸਐਸਸੀ ਦੇ ਮੇਨਸ 'ਚ 200 ਮਾਰਕਸ ਦੀ ਮੈਥਸ ਆਉਂਦੀ ਸੀ ਅਤੇ 200 ਮਾਰਕਸ ਦੀ ਇੰਗਲਿਸ਼। ਅਤੇ ਉਸ ਟਾਈਮ ਜਿਹੜੇ ਐਸਐਸਸੀ ਦੇ ਬੱਚੇ ਸੀ ਉਹਨਾਂ ਦੀ ਕੇਵਲ ਅਤੇ ਕੇਵਲ ਜੀਕੇ ਕਮਜ਼ੋਰ ਹੁੰਦੀ ਸੀ। ਮੈਥ, ਰੀਜ਼ਨਿੰਗ, ਇੰਗਲਿਸ਼ ਬਹੁਤ ਵਧੀਆ ਹੁੰਦਾ ਸੀ। ਉਹੀ ਮੇਰੇ ਨਾਲ ਸੀਗਾ ਸਰ। ਮੈਂ ਉਦੋਂ ਦਾ ਐਸਪੀਰੈਂਟ ਸੀ, ਮੈਨੂੰ ਮੈਥ, ਰੀਜ਼ਨਿੰਗ ਅਤੇ ਇੰਗਲਿਸ਼ 'ਚ ਕੋਈ ਪ੍ਰੋਬਲਮ ਨਹੀਂ ਸੀ। ਅਤੇ ਉੱਧਰੋਂ ਮੈਂ ਸ਼ੋਰ ਸੀਗਾ ਵੀ ਜਿੱਦਾਂ ਮਰਜ਼ੀ ਹਾਰਡ ਪੇਪਰ ਆ ਜਾਏ, ਜਿੰਨਾ ਮਰਜ਼ੀ ਹਾਰਡ ਪੇਪਰ ਆ ਜਾਏ, ਅਤੇ ਮੈਂ ਉਹ ਪੇਪਰ ਕਰ ਲੂँਗਾ। ਮੈਨੂੰ ਉੱਧਰ ਕੋਈ ਨਹੀਂ ਸੀ ਦਿੱਕਤ ਆਉਂਦੀ। ਇਸ ਕਰਕੇ ਮੈਂ ਆਰਾਮ ਨਾਲ ਤਿਆਰੀ ਕਰਦਾ ਸੀ, ਆਪਦਾ ਜੀਕੇ ਅਤੇ ਪੰਜਾਬ ਜੀਕੇ 'ਤੇ ਫੋਕਸ ਕਰਕੇ, ਤਾਂ ਜਾਂ ਕੰਪਿਊਟਰ ਦੇਖਦਾ ਹੁੰਦਾ ਸੀ। ਅਤੇ ਸਪੈਸੀਫਿਕ ਨਹੀਂ ਸੀਗਾ ਮੇਰੇ ਆਰਸ ਵੀ ਮੈਂ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਪੜ੍ਹੂੰਗਾ। ਮੈਂ ਲਾਇਬ੍ਰੇਰੀ ਜਾਂਦਾ ਸੀ ਅਤੇ ਜਦੋਂ ਮੈਨੂੰ ਨੀਂਦ ਆਉਂਦੀ ਮੈਂ ਸੋ ਜਾਂਦਾ। ਏਸੀ 'ਚ ਨੀਂਦ ਜ਼ਿਆਦਾ ਹੀ ਆ ਜਾਂਦੀ ਸੀ, ਪਰ ਫਿਰ ਵੀ ਕੁੱਲ ਮਿਲਾ ਕੇ 6-7 ਘੰਟੇ ਡੇਲੀ ਦੀ ਸਟੱਡੀ ਹੋ ਜਾਂਦੀ ਸੀ ਉੱਥੇ ਸਰ। ਅਤੇ ਇਹ ਮਤਲਬ ਜਿਵੇਂ ਹੁਣ ਤੁਸੀਂ 6-7 ਘੰਟੇ ਕਹਿ ਰਹੇ ਹੋ, ਇਹ ਜਿਹੜਾ ਟਾਈਮ ਪੀਰੀਅਡ ਆ, ਮੰਨ ਲਓ ਤੁਸੀਂ ਪਹਿਲੀ ਨੌਕਰੀ ਜਿਹੜੀ ਪਟਵਾਰੀ ਦੀ ਲੱਗੇ, ਉਹ ਕਿਹੜੇ ਸਾਲ 'ਚ ਤੁਸੀਂ ਜੁਆਇਨ ਕੀਤੀ ਸੀਗੀ? ਸਰ ਅਸੀਂ 2022 'ਚ ਜੁਆਇਨ ਕੀਤੀ ਆ। ਅਤੇ ਇਹ ਤਾਂ ਚਲੋ 1 ਸਾਲ ਹੀ ਹੋਇਆ ਹੈ, ਤਾਂ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਤਿਆਰੀ ਸ਼ੁਰੂ ਕੀਤੀ 2016 ਤੋਂ, ਤਾਂ ਲਗਾਤਾਰ ਹੀ ਪੜ੍ਹਦੇ ਆਏ ਜਾਂ ਵਿੱਚ ਮਤਲਬ ਕੁਛ ਮਹੀਨੇ ਸਕਿੱਪ ਵੀ ਕਰ ਗਏ ਜਾਂ ਸਾਲ ਸਕਿੱਪ ਕਰ ਗਏ? ਸਰ 2016 ਤੋਂ 2017 ਲਾਸਟ ਤੱਕ ਮੈਂ ਲਗਾਤਾਰ ਹੀ ਪੜ੍ਹਦਾ ਰਿਹਾ ਜੀ। ਉਹਦੇ ਬਾਅਦ ਜਿਹੜੀ ਤਿਆਰੀ ਹੈ ਉਹ ਡਿਸਕੰਟੀਨਿਊ ਹੋ ਗਈ, ਥੋੜ੍ਹੀ ਫੈਮਿਲੀ ਪ੍ਰੋਬਲਮ ਕਰਕੇ ਜਾਂ ਇੱਧਰ ਉੱਧਰ ਕੰਮਾਂ ਕਾਰਾਂ ਕਰਕੇ, ਕੰਡੀਸ਼ਨਸ ਕਰਕੇ। ਉਹਦੇ ਬਾਅਦ ਮਤਲਬ ਕਦੇ ਕਦੇ ਪੜ੍ਹਿਆ ਜਾਂਦਾ ਸੀ, 2 ਮਹੀਨਿਆਂ ਤੋਂ ਮੈਂ ਮਹੀਨਾ ਪੜ੍ਹ ਲਿਆ, ਫਿਰ ਮਹੀਨਾ ਗੈਪ ਵੀ ਪੈ ਗਿਆ, ਅਤੇ ਇੱਦਾਂ ਡਿਸਕੰਟੀਨਿਊ ਸੀਗੀ ਤਿਆਰੀ। ਉਹਦੇ ਬਾਅਦ ਮੈਂ ਜਦੋਂ ਰੇਲਵੇ ਦੀ ਜੋਬ ਛੱਡ ਕੇ ਆਇਆ, ਅਤੇ ਉਸ ਤੋਂ ਬਾਅਦ ਮੈਂ ਰੈਗੂਲਰ ਤਿਆਰੀ ਕੀਤੀ। ਕਿਹੜੇ ਸਾਲ ਛੱਡੀ ਸੀ ਤੁਸੀਂ? ਇਹ 2021 'ਚ ਛੱਡਤੀ ਸੀ ਸਰ ਮੈਂ। 21 ਤੋਂ ਬਾਅਦ ਫਿਰ ਕੰਟੀਨਿਊ ਰੱਖਿਆ? ਹਾਂਜੀ, 21 ਤੋਂ ਬਾਅਦ ਮੈਂ ਕੰਟੀਨਿਊ ਤਿਆਰੀ ਕੀਤੀ ਹੈ। ਤਾਂ ਇੱਕ ਚੀਜ਼ ਹੁਣ ਸਾਨੂੰ ਇਹ ਦੱਸੋ ਵੀ ਇਹ ਤਾਂ ਟਾਈਮ ਟੇਬਲ ਦੀ ਗੱਲ ਹੋ ਗਈ, ਘੰਟਿਆਂ ਦੀ ਗੱਲ ਹੋ ਗਈ, ਕਿਵੇਂ ਤੁਸੀਂ ਪੜ੍ਹਦੇ ਰਹੇ ਹੋ। ਹੁਣ ਤੁਸੀਂ ਥੋੜ੍ਹੇ ਸੋਰਸਿਸ ਬਾਰੇ ਦੱਸ ਦਿਓ ਕੈਂਡੀਡੇਟਸ ਨੂੰ। ਅਤੇ ਇੱਕ ਮੈਂ ਗੁਜ਼ਾਰਿਸ਼ ਵੀ ਕਰਨਾ ਚਾਹੁੰਦਾ ਜਿਹੜੇ ਵੀਡੀਓ ਦੇਖ ਰਹੇ ਆ, ਵੀ ਕਈ ਵਾਰੀ ਹੋ ਸਕਦਾ ਤੁਸੀਂ ਕੋਈ ਹੋਰ ਸੋਰਸ ਫੋਲੋ ਕਰ ਰਹੇ ਹੋ, ਮਤਲਬ ਹੋਰ ਵੀ ਕਿਤਾਬਾਂ ਜਾਂ ਹੋਰ ਕਿਤੋਂ ਪੜ੍ਹ ਰਹੇ ਹੋ, ਤਾਂ ਜ਼ਰੂਰੀ ਨਹੀਂ ਹੈ ਵੀ ਜੋ ਸ਼ਿਵ ਸ਼ੰਕਰ ਜੀ ਹੁਣ ਦੱਸਣ ਵੀ ਮੈਂ ਆਹ ਸੋਰਸ ਫੋਲੋ ਕੀਤੇ ਆ, ਤੁਸੀਂ ਆਪਦੇ ਸੋਰਸ ਛੱਡ ਕੇ ਉਹ ਨਵੇਂ ਸ਼ੁਰੂ ਕਰ ਲਓ। ਤੁਸੀਂ ਸੋਰਸਿਸ ਬਾਰੇ ਦੱਸ ਦਿਓ ਸਾਨੂੰ ਵੀ ਕਿੱਥੋਂ ਕਿਹੜੀ ਚੀਜ਼ ਪੜ੍ਹੀ ਤੁਸੀਂ, ਜੀਕੇ, ਮੈਥ, ਰੀਜ਼ਨਿੰਗ, ਇੰਗਲਿਸ਼, ਪੰਜਾਬੀ, ਕੰਪਿਊਟਰ, ਜਿੰਨੇ ਵੀ ਆਪਣੇ ਸਬਜੈਕਟ ਜਿਹੜੇ ਜੀ ਸਰ ਆਉਂਦੇ ਪੇਪਰਾਂ 'ਚ, ਉਹਨਾਂ ਬਾਰੇ ਦੱਸ ਦਿਓ। ਸਰ ਬੇਸਿਕਲੀ ਇੱਦਾਂ ਸੀਗਾ ਕਿ ਜਦੋਂ ਮੈਂ ਪਹਿਲਾਂ ਐਸਐਸਸੀ ਦੀ ਤਿਆਰੀ ਕੀਤੀ ਸੀ, ਅਤੇ ਉਸ ਟਾਈਮ ਜਿਹੜਾ ਮੇਨਲੀ ਚੱਲਦਾ ਸੀ ਮੈਥ, ਰੀਜ਼ਨਿੰਗ, ਇੰਗਲਿਸ਼ ਲਈ। ਮੈਥ ਲਈ ਆਹ ਸੀਗਾ ਵੀ ਜਿੰਨੇ ਵੀ ਐਸਐਸਸੀ ਦੇ ਪ੍ਰੀਵੀਅਸ ਈਅਰ ਕੁਐਸਚਨ ਆਏ ਹੈ ਤੁਸੀਂ ਉਹ ਲਾਓ, ਅਤੇ ਉਹ ਬਹੁਤ ਜ਼ਿਆਦਾ ਹੁੰਦੇ ਸੀ ਸਰ। ਉਸ ਟਾਈਮ ਤੱਕ 7300 ਅਰਾਊਂਡ ਕੁਐਸਚਨ ਆਏ ਸੀ, ਅਤੇ ਮੈਂ ਇੱਕ ਬੁੱਕ ਪਰਚੇਜ ਕੀਤੀ ਸੀ ਮਾਰਕੀਟ 'ਚੋਂ, ਅਤੇ ਉਹ ਬੁੱਕ ਦੇ ਸਾਰੇ ਕੁਐਸਚਨ ਮੈਂ 2-3 ਵਾਰ ਕੀਤੀ ਸੀ। ਉਹ ਬੁੱਕ, ਉਸ 'ਚ ਲਗਭਗ 8000 ਕੁਐਸਚਨ ਸੀਗਾ ਸਰ। ਅਤੇ ਇੰਗਲਿਸ਼ 'ਚ ਮੈਂ 2 ਬੁੱਕਸ ਫੋਲੋ ਕੀਤੀਆਂ ਸੀ, ਕਿਉਂਕਿ ਉਸ ਟਾਈਮ ਜ਼ਿਆਦਾ ਇੰਨੇ ਰਿਸੋਰਸਿਸ ਨਹੀਂ ਸੀਗੇ। ਅਤੇ ਮੈਂ ਨੀਤੂ ਸਿੰਘ ਮੈਮ ਦੀ ਇੱਕ ਵੋਲੀਅਮ ਫਸਟ ਆਉਂਦੀ ਹੈ ਕਿਤਾਬ, ਉਹ ਲੈ ਕੇ ਆਇਆ ਸੀ, ਉਹਨੂੰ ਥੋਰੋਲੀ ਰਿਵਾਈਜ਼ ਕੀਤਾ ਸੀ 7-8 ਵਾਰ, ਅਤੇ ਉਹਦੇ ਨਾਲ ਨਾਲ ਐਸਐਸਸੀ ਪ੍ਰੀਵੀਅਸ ਈਅਰ ਕੁਐਸਚਨ ਲੈ ਕੇ ਆਇਆ ਸੀਗਾ। ਉਸ 'ਚ 11000 ਕੁਐਸਚਨ ਸੀ, 5-6 ਵਾਰ ਇੰਗਲਿਸ਼ ਲਈ ਉਹ ਕੀਤੀ ਸੀਗੀ। ਅਤੇ ਰੀਜ਼ਨਿੰਗ ਲਈ ਮੈਂ ਸਿਰਫ ਅਤੇ ਸਿਰਫ ਪ੍ਰੀਵੀਅਸ ਈਅਰ ਕੁਐਸਚਨ ਫੋਲੋ ਕੀਤੇ ਸੀਗੇ, ਅਤੇ ਕੋਚਿੰਗ ਮੈਂ ਨਹੀਂ ਕੀਤੀ ਕਿਤੋਂ ਵੀ। ਅਤੇ ਉਹਦੇ ਬਾਅਦ ਜਦੋਂ ਜੀਕੇ ਸੀਗਾ, ਅਤੇ ਜਦੋਂ ਐਸਐਸਸੀ ਦੀ ਤਿਆਰੀ ਕਰਦੇ ਸੀ ਉਸ ਟਾਈਮ ਲੂਸੈਂਟ ਬਹੁਤ ਫੇਮਸ ਸੀਗੀ ਸਰ। ਉਸ ਟਾਈਮ ਮੈਂ ਲੂਸੈਂਟ ਤੋਂ ਜੀਕੇ ਪੜ੍ਹੀ ਸੀਗੀ, ਚਾਹੇ ਹਿਸਟਰੀ ਸੀਗੀ, ਹੋਰ ਸੀਗੀ। ਇਸ ਟਾਈਮ ਜਦੋਂ ਮੈਂ ਸਬ ਇੰਸਪੈਕਟਰ ਦੀ ਤਿਆਰੀ ਲਈ ਆਇਆ ਸੀ, ਅਤੇ ਮੈਂ ਹਿਸਟਰੀ ਤਰੁਣ ਗੋਇਲ ਤੋਂ ਫੋਲੋ ਕੀਤੀ ਸੀਗੀ, ਉਹਨਾਂ ਦੀ ਜੀਕੇ ਦੀ ਬੁੱਕ ਆਉਂਦੀ ਹੈ ਉਹ। ਅਤੇ ਪੋਲਿਟੀ ਜਿਹੜੀ ਸੀਗੀ ਉਹ ਮੈਂ ਲੂਸੈਂਟ ਤੋਂ ਵੀ ਪੜ੍ਹੀ ਹੈ ਸਰ, ਐਮ ਲਕਸ਼ਮੀਕਾਂਤ ਤੋਂ ਵੀ ਪੜ੍ਹੀ ਹੈ। ਅਤੇ ਇਕੋਨੋਮਿਕਸ ਸੀਗੇ ਜਿਹੜੇ, ਉਹ ਮੈਂ ਯੂਟਿਊਬ ਤੋਂ ਲੈਕਚਰ ਦੇਖੇ ਥੋੜ੍ਹੇ ਬਹੁਤ, ਅਤੇ ਕੁਛ ਬੁੱਕਸ 'ਚੋਂ ਪੜ੍ਹੇ, ਕੁਛ NCERT ਦੀਆਂ ਬੁੱਕਸ ਪੜ੍ਹ ਲਈਆਂ, ਅਤੇ ਉਹ ਮਿਕਸ ਮਿਲਾ ਕੇ ਉਹਦੀ ਤਿਆਰੀ ਕੀਤੀ ਸਰ। ਅਤੇ ਜਿਹੜੀ ਪੰਜਾਬੀ ਸੀਗੀ ਉਹ ਇੱਕ 9th 10th ਦੀ ਗ੍ਰਾਮਰ ਦੀ ਬੁੱਕ ਆਉਂਦੀ ਹੈ ਸਰ, ਨਰਿੰਦਰ ਸਿੰਘ ਦੁੱਗਲ ਸਰ ਦੀ, ਉਹਨਾਂ ਦੀ ਪੰਜਾਬੀ ਦੀ ਮੈਂ ਬੁੱਕ ਪੜ੍ਹੀ। ਅਤੇ ਪੰਜਾਬ ਜੀਕੇ ਲਈ ਮੈਂ YouTube ਦਾ ਥੋੜ੍ਹਾ ਸਹਾਰਾ ਲਿਆ ਕਿ ਥੋੜ੍ਹਾ ਮੈਨੂੰ ਬੇਸਿਕ ਪਤਾ ਲੱਗੇ ਕਿ ਕਿੱਦਾਂ ਦੇ ਕੁਐਸਚਨ ਆਉਂਦੇ ਨੇ, ਕਿਸ ਤਰ੍ਹਾਂ ਪੜ੍ਹਿਆ ਜਾਣਾ ਚਾਹੀਦਾ ਹੈ ਟੋਪਿਕ ਨੂੰ, ਹੋਰ ਹੈ ਕਿੱਥੋਂ ਕੁਐਸਚਨ ਫਾਰਮ ਹੁੰਦੇ ਨੇ। ਉਹਦੇ ਬਾਅਦ ਮੈਂ ਇੱਕ ਕਿਤਾਬ ਸਾਡਾ ਪੰਜਾਬ ਲਈ ਪਹਿਲਾਂ ਉਹਨੂੰ 2-3 ਵਾਰੀ ਰਿਵਾਈਜ਼ ਕੀਤਾ, ਫਿਰ ਮੈਂ ਪੰਜਾਬ ਪੀਡੀਆ ਦੀ MCQ ਬੁੱਕ ਲੈ ਕੇ ਆਇਆ,
ਫਿਰ ਉਹਨੂੰ 3-4 ਵਾਰੀ ਕੀਤਾ। ਉਹਦੇ ਨਾਲ ਮੈਂ ਨੈੱਟ 'ਤੇ ਮੈਨੂੰ ਲੱਗਦਾ ਕੋਈ ਵੀ ਕੋਰਸ ਜਿਹੜਾ ਹੈ, ਕੋਈ ਵੀ ਚੈਪਟਰ ਜਿਹੜਾ ਸੀਗਾ ਵੀ ਇਹਦੇ ਬਾਰੇ ਥੋੜ੍ਹਾ ਹੋਰ ਡਿਟੇਲ 'ਚ ਚਾਹੀਦਾ ਹੈ, ਮੈਂ ਉਹਨੂੰ ਵਿਕੀਪੀਡੀਆ ਜਾਂ ਹੋਰ ਸੋਰਸ ਤੋਂ ਸਰਚ ਕਰਕੇ ਅਤੇ ਉਹ ਐਡੀਸ਼ਨਲ ਨੋਟਸ ਬਣਾ ਲੈਂਦਾ ਸੀ। ਠੀਕ ਹੈ ਜੀ, ਜਿਵੇਂ ਤੁਸੀਂ ਹੁਣ ਸਾਰਾ ਕੁਝ ਦੱਸਿਆ ਤਾਂ ਮੈਨੂੰ ਲੱਗਦਾ ਜਿਹੜੀ ਤੁਸੀਂ ਆ ਪ੍ਰੈਕਟਿਸ ਕੀਤੀ ਹੈ ਇਹਦੇ ਲਈ ਕਿਸੇ ਵੀ ਕੈਂਡੀਡੇਟ ਨੂੰ ਟਾਈਮ ਬਹੁਤ ਚਾਹੀਦਾ ਹੈ, ਕਿਉਂਕਿ ਜਿਵੇਂ ਤੁਸੀਂ 2016 ਤੋਂ ਲੱਗੇ ਹੋਏ ਸੀਗੇ 13 ਤੱਕ, ਤਾਂ ਤੁਹਾਡੇ ਕੋਲ ਇੰਨਾ ਟਾਈਮ ਭਰਪੂਰ ਸੀਗਾ ਵੀ ਤੁਸੀਂ ਇੰਨਾ ਮੱਥਾ ਮਾਰਿਆ ਅਤੇ ਇੰਨੀ ਚੀਜ਼ਾਂ ਕਵਰ ਅਪ ਕੀਤੀਆਂ। ਹੁਣ ਮੰਨ ਲਓ ਕੋਈ ਕੈਂਡੀਡੇਟ ਇੱਦਾਂ ਦਾ ਆਇਆ ਜਿਹਨੂੰ ਹਜੇ ਤਿਆਰੀ ਸ਼ੁਰੂ ਨਹੀਂ ਕੀਤੀ ਜਾਂ ਫਿਰ ਇਨੀਸ਼ੀਅਲ ਸਟੇਜਿਸ 'ਤੇ ਆ ਤਿਆਰੀ ਦੀ, ਮੰਨ ਲਓ 1-2 ਮਹੀਨੇ ਹੋਏ ਆ ਤਿਆਰੀ ਕਰਦਿਆਂ ਨੂੰ ਜਾਂ ਹਜੇ ਸ਼ੁਰੂ ਕਰਨੀ ਹੈ, ਤਾਂ ਕੀ ਤੁਸੀਂ ਉਹਨੂੰ ਕੀ ਗਾਈਡ ਕਰੋਗੇ ਕਿ ਪਹਿਲੀ ਗੱਲ ਤਾਂ ਇਹ ਕੈਂਡੀਡੇਟ ਇਹ ਸਵਾਲ ਪੁੱਛਦੇ ਆ ਵੀ ਅਸੀਂ ਔਨਲਾਈਨ ਤਿਆਰੀ ਕਰੀਏ, ਮਤਲਬ ਔਨਲਾਈਨ ਦੇ ਵਿੱਚ ਵੀ ਅਸੀਂ ਕਿਸੇ ਅਕੈਡਮੀ 'ਤੇ ਲੱਗੀਏ ਜਾਂ ਫਿਰ YouTube ਤੋਂ ਤਿਆਰੀ ਕਰੀਏ। ਪਹਿਲਾ ਸਵਾਲ ਤਾਂ ਇਹ ਆ YouTube ਬਾਰੇ ਵੀ ਅੱਜ ਕੱਲ੍ਹ ਜਿਹੜੇ ਜ਼ਿਆਦਾਤਰ ਸਟੂਡੈਂਟ ਨਵੇਂ ਲੱਗਦੇ ਤਿਆਰੀ ਕਰਨ, ਉਹ YouTube ਦਾ ਸਹਾਰਾ ਲੈਂਦੇ ਆ, ਕਹਿੰਦੇ ਅਸੀਂ ਵੀ ਕੋਈ ਕਿਤੋਂ ਸਾਨੂੰ ਨੋਟਸ ਨਾ ਲੈਣੇ ਪੈਣ, ਕਿਸੇ ਥਾਂ 'ਤੇ ਸਾਨੂੰ ਪੈਸੇ ਲੱਗ ਕੇ ਅਕੈਡਮੀ ਨਾਲ ਜੁਆਇਨ ਕਰਨੀ ਪਵੇ, ਜਾਂ ਅਸੀਂ ਬਸ YouTube 'ਤੇ ਪੜ੍ਹ ਲਈਏ, ਕਿਉਂਕਿ YouTube 'ਤੇ ਵੀ ਤੁਹਾਨੂੰ ਪਤਾ ਬਹੁਤ ਸਾਰੇ ਪਲੇਟਫਾਰਮ ਹੈ ਹੁਣ ਜਿਹੜੇ ਪ੍ਰੋਵਾਈਡ ਕਰ ਰਹੇ ਸਟੱਡੀ। ਤਾਂ ਤੁਹਾਨੂੰ ਕੀ ਲੱਗਦਾ ਸਿਰਫ YouTube ਤੋਂ ਪੜ੍ਹ ਕੇ ਵੀ ਕੋਈ ਕੈਂਡੀਡੇਟ ਐਗਜ਼ਾਮ ਕਲੀਅਰ ਕਰ ਸਕਦਾ? ਸਰ, ਜੇ ਕੋਈ ਵੀ ਕੈਂਡੀਡੇਟ ਜਿਹਨੇ ਨਵੀਂ ਤਿਆਰੀ ਸਟਾਰਟ ਕੀਤੀ ਹੈ, ਉਹ ਜੇ YouTube ਤੋਂ ਪੜ੍ਹਾਈ ਕਰਕੇ ਚਾਹੇ ਮੈਂ ਸਕਸੈਸ ਲੈਣਾ, ਤਾਂ ਭਰਪੂਰ ਟਾਈਮ ਚਾਹੀਦਾ ਹੈ, ਕਿਉਂਕਿ ਉਹਨੂੰ ਸ਼ੁਰੂ 'ਚ ਪਤਾ ਹੀ ਨਹੀਂ ਲੱਗੂਗਾ ਵੀ ਮੈਂ ਪੜ੍ਹਨਾ ਕਿੱਥੋਂ ਹੈ। ਕਿਉਂਕਿ ਮੰਨ ਲਓ ਕੋਈ ਸਟੂਡੈਂਟ ਹੈ ਜਿਹਦਾ ਮੈਥ ਦਾ ਬੈਕਗਰਾਊਂਡ ਨਹੀਂ, ਐਗਜ਼ਾਮਪਲ ਦਿੰਦਾ ਮੈਂ, ਅਤੇ ਉਹ ਸਟੂਡੈਂਟ ਜਦੋਂ YouTube 'ਤੇ ਜਾ ਕੇ ਸਰਚ ਕਰੂਗਾ ਕੋਈ ਵੀ ਟੋਪਿਕ, ਉਹ ਸਿਰਫ ਉਹੀ ਦੇਖੂਗਾ, ਉਹਦਾ ਦਿਮਾਗ ਉਹੀ ਕਹੂਗਾ ਵੀ ਜਿਹੜੇ ਆਪਾਂ ਨੂੰ ਸਮਝ ਆਉਂਦੇ ਆ ਉੱਥੋਂ ਕਰੀਏ, ਉਹਨਾਂ ਨਾਲ ਪੇਪਰ ਕਲੀਅਰ ਨਹੀਂ ਹੁੰਦਾ ਸਰ। ਅਤੇ ਜਿਹੜੇ YouTube ਵਾਲੇ ਨੇ ਅੱਜ ਕੱਲ੍ਹ, ਕਹਿਣਾ ਨਹੀਂ ਚਾਹੀਦਾ ਪਰ ਇੱਕ ਤਰ੍ਹਾਂ ਦਾ ਵਪਾਰ ਹੋ ਗਿਆ ਸਾਰਾ ਵਿਊਜ਼ ਦੇ ਲਈ, ਅਤੇ ਉਹ ਕੀ ਕਰਦੇ ਨੇ ਕਿ ਉਹ ਸਿੰਪਲ ਕੁਐਸਚਨ ਲੈ ਕੇ ਆਉਂਦੇ ਨੇ, ਐਗਜ਼ਾਮ ਦੇ ਲੈਵਲ ਤੱਕ ਹਰੇਕ YouTube ਵਾਲਾ ਨਹੀਂ ਜਾਂਦਾ, ਅਤੇ ਉਹ ਜਿਹੜਾ ਯੂਟਿਊਬਰ ਜਾਂਦਾ ਐਗਜ਼ਾਮ ਦੇ ਲੈਵਲ ਤੱਕ, ਉਹਨੂੰ ਲੱਭਣਾ ਬਹੁਤ ਮੁਸ਼ਕਿਲ ਹੈ, ਜਾਂ ਤੁਹਾਨੂੰ ਉਹਦੇ ਲਈ ਪ੍ਰੋਪਰ ਗਾਈਡੈਂਸ ਚਾਹੀਦੀ ਹੈ ਵੀ ਹਾਂ ਕਿਹੜੇ ਯੂਟਿਊਬਰ ਤੋਂ ਪੜ੍ਹੀਏ ਜਿਹੜਾ ਕਰਵਾਵੇ। ਕਈ ਅਜਿਹੇ ਨੇ ਜਿਹੜੇ ਬਿਲਕੁਲ ਬੇਸਿਕ ਕਰਵਾਉਣਗੇ ਅਤੇ ਪੇਪਰ ਦੇ ਲੈਵਲ ਤੱਕ ਨਹੀਂ ਜਾਣਗੇ, ਕਈ ਜਿਹੜੇ ਪੇਪਰ ਤੋਂ ਜ਼ਿਆਦਾ ਲੈਵਲ 'ਤੇ ਜਾਣਗੇ, ਉਹ ਆਪਾਂ ਨੂੰ ਸਮਝ ਨਹੀਂ ਆਉਂਦਾ। ਅਤੇ ਮੈਂ ਮੰਨਦਾ ਵੀ ਅਗਰ ਤੁਸੀਂ ਇਨੀਸ਼ੀਅਲ ਸਟੇਜ 'ਤੇ ਹੋ, ਤੁਹਾਨੂੰ ਬਿਲਕੁਲ ਬੇਸਿਕਸ ਨਹੀਂ ਪਤਾ, ਤਾਂ YouTube ਇੱਕ ਗੁੱਡ ਆਪਸ਼ਨ ਨਹੀਂ ਆ। ਅਤੇ ਉਹਦੇ ਬਾਅਦ ਜਦੋਂ ਆਪਾਂ ਔਨਲਾਈਨ ਅਕੈਡਮੀ ਦੀ ਗੱਲ ਕਰਦੇ ਹਾਂ, ਔਨਲਾਈਨ ਕੋਚਿੰਗ ਦੀ, ਇਹਦੇ 'ਚ ਵੀ ਬਹੁਤ ਵੱਡੀ ਗੱਲ ਹੈ ਸਰ ਕਿ ਔਨਲਾਈਨ 'ਚ ਅੱਜ ਕੱਲ੍ਹ ਪਲੇਟਫਾਰਮ ਬਹੁਤ ਨੇ, ਇਹਨਾਂ 'ਚੋਂ ਬੈਸਟ ਕਿਹੜਾ ਹੈ ਉਹ ਚੂਜ਼ ਕਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਅੱਜ ਕੱਲ੍ਹ ਫੀਸਾਂ ਕੰਪੀਟੀਸ਼ਨ ਦੇ ਦੌਰ 'ਚ ਕਿਸੇ ਨੇ 500 ਰੱਖੀਆਂ, ਕਿਸੇ ਨੇ 700। ਬੱਚਾ ਘੱਟ ਪੈਸੇ ਦੇਖ ਕੇ ਕੋਰਸ ਤਾਂ ਖਰੀਦ ਲੈਂਦਾ, ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਟਾਈਮ ਕਿੰਨਾ ਵੈਲਿਊਬਲ ਹੈ। ਅਤੇ ਉਹ ਉਹੀ ਗੱਲ ਦੁਬਾਰਾ ਮੈਂ ਰਿਪੀਟ ਕਰਾਂਗੀ, ਅਪ ਟੂ ਦਾ ਮਾਰਕ ਨਹੀਂ ਹੁੰਦਾ ਕੰਟੈਂਟ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਕਿਸੇ ਵੀ ਕੋਚਿੰਗ ਸੈਂਟਰ ਦਾ, ਜਿਵੇਂ ਕਿ ਕਰੈਸ਼ ਕੋਰਸ ਹੈਗਾ ਅਤੇ 2 ਮਹੀਨੇ 'ਚ ਕਹਿ ਦਿੰਦੇ ਨੇ ਵੀ ਅਸੀਂ 2 ਮਹੀਨਿਆਂ 'ਚ ਆਹ ਕਰਵਾ ਦਾਂਗੇ, ਕੁਛ ਨਹੀਂ ਹੁੰਦਾ। ਜਦੋਂ ਆਪਾਂ ਖਰੀਦ ਲੈਂਦੇ ਹਾਂ, ਸੇਮ ਉਹੀ ਪ੍ਰੀਵੀਅਸ ਈਅਰ ਕੁਐਸਚਨ ਦੇ ਦੇਣਗੇ ਜਾਂ ਹੋਰ ਹੈ, ਉਹਦੇ ਨਾਲ ਕੁਛ ਨਹੀਂ ਹੁੰਦਾ। ਅਤੇ ਔਨਲਾਈਨ ਜਿਹੜਾ ਹੈ, ਅਗਰ ਤੁਸੀਂ ਕਰਨਾ ਚਾਹੋ ਤਾਂ ਸਭ ਤੋਂ ਪਹਿਲਾਂ ਦੇਖੋ ਕਿਸੇ ਵੀ ਅਕੈਡਮੀ ਤੋਂ ਵੀ ਸਭ ਤੋਂ ਵਧੀਆ ਅਕੈਡਮੀ ਕਿਹੜੀ ਆ, ਪਹਿਲਾਂ ਉਹਦਾ ਪੂਰਾ ਧਿਆਨ ਰੱਖੋ, ਉਹਦੇ ਬਾਰੇ ਜਾਣੋ। ਉਹਦੇ ਬਾਅਦ ਦੂਜੀ ਗੱਲ ਆਹ ਵੀ ਜ਼ਰੂਰੀ ਹੈ ਵੀ ਤੁਹਾਡੀ ਸਿਟਿੰਗ ਹੈਗੀ ਜਾਂ ਨਹੀਂ, ਤੁਸੀਂ ਬੈਠ ਕੇ ਮੋਬਾਈਲ 'ਤੇ ਜਾਂ ਲੈਪਟੋਪ 'ਤੇ ਪੜ੍ਹ ਸਕਦੇ ਹੋ ਜਾਂ ਨਹੀਂ, ਤੁਹਾਡੇ ਡੈਡੀਕੇਸ਼ਨ ਹੈਗਾ ਜਾਂ ਨਹੀਂ, ਕਿਤੇ ਤੁਹਾਡਾ ਧਿਆਨ ਤਾਂ ਡਾਈਵਰਟ ਨਹੀਂ ਹੁੰਦਾ ਕਿ ਤੁਸੀਂ ਜਾ ਰਹੇ ਹੋ ਕਲਾਸ ਲਾ ਰਹੇ ਹੋ ਅਤੇ ਤੁਸੀਂ ਦੇਖਿਆ 15 ਮਿੰਟ ਤੋਂ ਜਾਂ ਅੱਧਾ ਘੰਟਾ ਕਲਾਸ ਲਈ, ਉਹਦੇ ਬਾਅਦ ਤੁਸੀਂ ਦੇਖ ਰਹੇ ਹੋ ਮੈਨੂੰ ਮੋਟੀਵੇਸ਼ਨ ਦੀ ਲੋੜ ਹੈ, ਅਤੇ ਉਹਦੇ ਬਾਅਦ ਤੁਸੀਂ ਕੋਈ ਮੋਟੀਵੇਸ਼ਨ ਨੂੰ ਸਰਚ ਕਰਦੇ ਹੋ, ਅੱਧਾ ਘੰਟਾ ਉਸ 'ਤੇ ਲਾ ਰਹੇ ਹੋ, ਅਤੇ ਮੈਨੂੰ ਲੱਗਦਾ ਉਹ ਠੀਕ ਨਹੀਂ ਹੈ। ਬਿਲਕੁਲ, ਜਿਵੇਂ ਕਿ ਸ਼ਿਵ ਸ਼ੰਕਰ ਜੀ ਨੇ ਦੱਸਿਆ, ਮੈਂ ਵੀ ਬਿਲਕੁਲ ਸਹਿਮਤ ਇਹਨਾਂ ਨਾਲ। ਸਪੈਸ਼ਲੀ ਜਿਵੇਂ ਇਹਨਾਂ ਨੇ ਗੱਲ ਕੀਤੀ ਵੀ ਕਰੈਸ਼ ਕੋਰਸ ਬਾਰੇ, ਵੀ ਅੱਜ ਕੱਲ੍ਹ ਆਮ ਹੀ ਚੱਲ ਪਿਆ, ਜਦੋਂ ਕੋਈ ਐਗਜ਼ਾਮ ਆ ਜਾਂਦਾ ਆ ਅਤੇ ਬਹੁਤ ਸਾਰੇ ਮਤਲਬ ਪਲੇਟਫਾਰਮ ਨੇ, ਅਕੈਡਮੀਜ਼ ਨੇ, ਉਹ ਕੀ ਕਰਦੇ ਵੀ ਆ ਜਾਓ ਜੀ ਭੰਡਾਰਾ ਲੱਗ ਗਿਆ, 2 ਮਹੀਨੇ ਦਾ ਕਰੈਸ਼ ਕੋਰਸ ਕਰ ਲਓ, 2 ਮਹੀਨੇ ਸਿਲੇਬਸ ਕੰਪਲੀਟ ਹੋ ਜਾਊਗਾ। ਉਹ ਤਾਂ ਗੁੰਮਰਾਹ ਕਰਨ ਵਾਲੀ ਗੱਲ ਹੈ ਵੀ 2 ਮਹੀਨੇ ਵਿੱਚ ਤਾਂ ਤੁਹਾਨੂੰ ਕੋਈ ਵੀ ਇਹੋ ਜਿਹੇ ਕੈਪਸੂਲ ਨਹੀਂ ਬਣੇ ਹੈਗੇ ਵੀ ਤੁਹਾਡੇ ਦਿਮਾਗ ਵਿੱਚ ਪਾ ਦਿੱਤੇ ਜਾਣ, ਪਾਣੀ ਨਾਲ ਤੁਸੀਂ ਲਓ ਅਤੇ ਦਿਮਾਗ 'ਤੇ ਚੜ੍ਹ ਜੇ ਪੜ੍ਹਾਈ ਅਤੇ ਤੁਸੀਂ ਐਗਜ਼ਾਮ ਕਲੀਅਰ ਕਰ ਲਓ। ਟਾਈਮ ਤਾਂ ਦੇਣਾ ਹੀ ਪੈਂਦਾ ਆ। ਤਾਂ ਇੱਕ ਚੀਜ਼ ਹੋਰ ਦੱਸੋ, ਤੁਸੀਂ ਆਪਦੇ ਐਕਸਪੀਰੀਅੰਸ ਨਾਲ, ਤੁਸੀਂ ਇੰਨਾ ਟਾਈਮ ਲਾਇਆ ਅਤੇ ਤੁਸੀਂ ਮੈਨੂੰ ਪਹਿਲਾਂ ਸ਼ੇਅਰ ਕਰ ਰਹੇ ਵੀ ਤੁਸੀਂ ਆਪ ਹੀ ਪਹਿਲਾਂ ਪੜ੍ਹਾਉਂਦੇ ਰਹੇ ਹੋ ਜੀ, ਅਤੇ ਤੁਹਾਨੂੰ ਕੀ ਲੱਗਦਾ ਵੀ ਕੋਈ ਕੈਂਡੀਡੇਟ ਜਿਹੜਾ ਨਵੇਂ ਸਿਰੋਂ ਤਿਆਰੀ ਸ਼ੁਰੂ ਕਰ ਰਿਹਾ, ਜਿਵੇਂ ਮੰਨ ਲਓ ਪਟਵਾਰੀ ਦਾ ਐਗਜ਼ਾਮ ਹੋ ਗਿਆ ਜਾਂ ਫਿਰ ਵੀਡੀਓ ਦਾ ਐਗਜ਼ਾਮ ਹੋ ਗਿਆ, ਜਿਹੜੇ ਕਿ ਮੰਨ ਲਓ ਲੈਵਲ ਜਿਹੜਾ ਪੇਪਰ ਦਾ ਥੋੜ੍ਹਾ ਈਜ਼ੀ ਰਹਿੰਦਾ ਹੈ ਕੰਪੈਰੇਟਿਵ ਟੂ ਗ੍ਰੇਡ B ਵਾਲੇ, ਜਿਵੇਂ ਕਿ ਕੋਆਪਰੇਟਿਵ ਇੰਸਪੈਕਟਰ, ਐਕਸਾਈਜ਼ ਇੰਸਪੈਕਟਰ ਇਹਨਾਂ ਦੇ। ਤਾਂ ਜਿਵੇਂ ਮੰਨ ਲਓ ਕੋਈ ਪਟਵਾਰੀ ਜਾਂ ਵੀਡੀਓ ਦੀ ਤਿਆਰੀ ਕਰ ਰਿਹਾ, ਤਾਂ ਇੱਕ ਕੈਂਡੀਡੇਟ ਜੇ ਮੰਨ ਲਓ ਸਿੰਸੀਅਰ ਹੈ, ਬਹੁਤ ਵਧੀਆ ਸ਼ਿੱਦਤ ਨਾਲ ਤਿਆਰੀ ਕਰਨ ਲੱਗ ਰਿਹਾ, ਤਾਂ ਉਹਨੂੰ ਕਿੰਨਾ ਕੁ ਟਾਈਮ ਲੱਗੂਗਾ, ਮਿਨੀਮਮ ਕਿੰਨੇ ਕੁ ਮਹੀਨੇ ਲੱਗਣਗੇ ਕਿ ਉਹਦਾ ਐਗਜ਼ਾਮ ਦੀ ਵਧੀਆ ਤਿਆਰੀ ਹੋ ਜਾਏ? ਸਰ, ਜੇ ਆਪਾਂ ਗੱਲ ਕਰੀਏ ਪਟਵਾਰੀ, ਵੀਡੀਓ ਅਤੇ ਕਲਰਕ ਲੈਵਲ ਦੀਆਂ ਪੋਸਟਾਂ ਦੀਆਂ,
ਤਾਂ ਅਗਰ ਕੋਈ ਸਟੂਡੈਂਟ ਸਿੰਸੀਅਰ ਹੈਗਾ ਤੇ ਉਹ ਡੈਡੀਕੇਟਡ ਰੂਪ 'ਚ ਡੇਲੀ 6 to 8 ਆਵਰ ਦਿੰਦਾ ਹੈ ਤੇ ਰਿਪੀਟੇਸ਼ਨ ਨਾਲ ਦਿੰਦਾ ਹੈ, ਤਾਂ ਮੈਂ ਮੰਨਦਾ ਵੀ 4 ਤੋਂ 6 ਮਹੀਨੇ ਉਹਦੇ ਲਈ ਸਫੀਸ਼ੀਐਂਟ ਨੇ। ਮੈਨੂੰ ਤਾਂ ਬਹੁਤ ਸਮਾਂ ਲੱਗਿਆ ਤਿਆਰੀ ਕਰਦੇ ਨੂੰ, ਪਰ ਮੈਂ ਰੀਸੈਂਟਲੀ ਮੇਰੇ ਨਾਲ ਦੇ ਸਾਥੀਆਂ ਦੇ ਐਗਜ਼ਾਮਪਲ ਦੇਖੇ ਨੇ ਜਿਨ੍ਹਾਂ ਨੇ 3 ਤੋਂ 6 ਮਹੀਨਿਆਂ ਦੇ ਵਿੱਚ ਇਹ ਐਗਜ਼ਾਮ ਕਰੈਕ ਕੀਤੇ ਨੇ। ਉਹਦੇ ਬਾਅਦ ਜਿਵੇਂ ਕਿ ਆਪਾਂ ਗੱਲ ਕਰੀਏ ਕੋਆਪਰੇਟਿਵ ਇੰਸਪੈਕਟਰ ਦੀ, ਨਾਇਬ ਤਹਿਸੀਲਦਾਰ ਦੀ, ਤੇ ਉਹਦੇ ਲਈ 1 ਸਾਲ ਤੋਂ 1.5 ਸਾਲ ਦਾ ਸਮਾਂ ਕਾਫੀ ਹੈ ਅਗਰ ਆਪਾਂ ਰੈਗੂਲਰ ਤਿਆਰੀ ਕਰਦੇ ਹਾਂ 6 to 8 ਆਵਰ। ਤਾਂ ਇੰਨੇ ਟਾਈਮ 'ਚ ਡੈਡੀਕੇਟਡ ਰੂਪ 'ਚ ਬੰਦਾ ਇਹ ਐਗਜ਼ਾਮ ਵੀ ਕਰੈਕ ਕਰ ਸਕਦਾ ਹੈ। ਇਸ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ। ਜ਼ਰੂਰੀ ਹੈ ਡੈਡੀਕੇਸ਼ਨ ਦੀ ਡਾਈਵਰਜਨ ਨਾ ਹੋਵੇ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹੈ ਇਸ ਚੀਜ਼ ਨਾਲ, ਪਰ ਲਾਈਕ ਨਾ ਕੁਛ ਕੈਂਡੀਡੇਟਸ ਇੱਦਾਂ ਦੇ ਆ ਜਾਂ ਸਟੂਡੈਂਟ ਆ ਜਿਹੜੇ ਮੇਰੇ ਨਾਲ ਵੀ ਇੰਟਰੈਕਟ ਕਰਦੇ ਆ, ਉਹਨਾਂ ਨੂੰ ਇਹ ਹੈ ਵੀ ਨੌਕਰੀ ਸਾਨੂੰ ਛੇਤੀ ਮਿਲ ਜੇ, ਜਾਂ ਫਿਰ ਕੀ ਹੈ ਪੰਜਾਬ ਵਿੱਚ ਜ਼ਿਆਦਾਤਰ ਕੀ ਚੱਲਦਾ, ਚਲੋ ਹੁਣ ਤਾਂ ਜਿਹੜੀ ਸਰਕਾਰੀ ਨੌਕਰੀ ਹੈ ਲਗਾਤਾਰ ਨਿਕਲਦੀਆਂ ਆ ਰਹੀਆਂ ਪਿਛਲੇ 1 ਸਾਲ ਤੋਂ, ਅਤੇ ਅੱਗੇ ਵੀ ਆਈ ਜਾ ਰਹੀਆਂ ਨੇ, ਪਰ ਕੈਂਡੀਡੇਟ ਜ਼ਿਆਦਾਤਰ ਕੀ ਕਰਦੇ ਆ, ਵੇਟ ਕਰਦੇ ਰਹਿੰਦੇ ਆ ਰਿਕਰੂਟਮੈਂਟ ਆਉਣ ਦੀ, ਪਹਿਲਾਂ ਨਹੀਂ ਤਿਆਰੀ ਕਰਦੇ। ਜਦੋਂ ਭਰਤੀ ਆਊਟ ਹੋ ਜਾਂਦੀ ਹੈ, ਗਾਹ ਪੈ ਜਾਂਦਾ ਆ, ਉਹ ਸੋਸ਼ਲ ਮੀਡੀਆ 'ਤੇ ਰੌਲਾ ਪੈਂਦਾ ਵੀ ਆਹ ਭਰਤੀ ਆ ਗਈ, ਉਦੋਂ ਤਿਆਰੀ ਕਰਨਾ ਸ਼ੁਰੂ ਕਰਦੇ ਆ, ਅਤੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਅਸੀਂ ਹੁਣ ਮੰਨ ਲਓ ਕੋਈ ਰਿਕਰੂਟਮੈਂਟ ਆਊਟ ਹੋ ਗਈ, ਸਪੋਜ਼ ਕਰੋਗੇ ਹੁਣ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਦੀਆਂ ਪੋਸਟਾਂ ਆਈਆਂ, ਤਾਂ ਬਹੁਤ ਸਾਰੇ ਜਣੇ ਇੱਦਾਂ ਦੇ ਪਹਿਲਾਂ ਨਹੀਂ ਕੁਛ ਕੀਤਾ ਹੋਣਾ ਉਹਨਾਂ ਨੇ, ਹੁਣ ਤਿਆਰੀ ਸ਼ੁਰੂ ਕਰਨਗੇ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਦੀ। ਤਾਂ ਤੁਹਾਨੂੰ ਕੀ ਲੱਗਦਾ ਵੀ ਮੰਨ ਲਓ ਜੇ 1.5-2 ਮਹੀਨਾ ਮਿਲਦਾ, ਜਿਵੇਂ ਆਪਾਂ ਹੁਣ ਗੱਲ ਕਰਕੇ ਹਟੇ, ਵੀ ਉਹ 'ਚ ਕੋਈ ਕਰ ਸਕਦਾ ਕਿ ਨਹੀਂ? ਸਰ ਇਹ ਚੀਜ਼ ਬਹੁਤ ਡਿਫਿਕਲਟ ਹੈ ਵੀ ਆਪਾਂ 1.5-2 ਮਹੀਨੇ ਤਿਆਰੀ ਕਰਕੇ ਐਗਜ਼ਾਮ ਕਰੈਕ ਕਰ ਲਈਏ ਜੇ ਆਪਣੀ ਪਹਿਲਾਂ ਕੋਈ ਤਿਆਰੀ ਨਹੀਂ ਹੈ। 1.5-2 ਮਹੀਨੇ 'ਚ ਮੈਂ ਮੰਨਦਾ ਸਿਰਫ ਅਤੇ ਸਿਰਫ ਰਿਵੀਜ਼ਨ ਹੀ ਹੁੰਦੀ ਹੈ। ਜੇ ਕੋਈ ਬੱਚਾ ਕਿੰਨਾ ਵੀ ਸਿੰਸੀਅਰ ਹੈ, ਕਿੰਨਾ ਵੀ ਟੋਪਰ ਹੈ, ਜੇ ਉਹ ਆਹ ਗੱਲ ਕਹਿੰਦਾ ਹੈ ਵੀ ਮੈਂ ਬਿਨਾਂ ਰਿਵੀਜ਼ਨ ਤੋਂ ਪੇਪਰ ਕਲੀਅਰ ਕਰਤਾ, ਤੇ ਮੈਂ ਨਹੀਂ ਮੰਨਦਾ। ਇੱਕ ਵਾਰੀ ਸਬਜੈਕਟ ਸਿਲੇਬਸ ਕਵਰ ਕੀਤੇ ਨਾਲ ਕੋਈ ਵੀ ਐਗਜ਼ਾਮ ਕਲੀਅਰ ਹੋ ਜਾਂਦਾ। ਰਿਵੀਜ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਰਹੀ ਗੱਲ ਤਿਆਰੀ ਕਰਨ ਦੀ, ਅਤੇ ਆਪਾਂ ਨੂੰ ਤਿਆਰੀ ਪਹਿਲਾਂ ਕਰਨੀ ਜ਼ਰੂਰੀ ਹੈ। ਇਸ ਲਈ ਜੋ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਸਾਥੀ ਹੋਰ ਵੀ ਆਪਣੇ ਕੰਪੀਟੀਟਰ ਨੇ, ਉਹ 3-3 4-4 ਮਹੀਨੇ ਪਹਿਲਾਂ ਹੀ ਆਪਦਾ ਏਮ ਡਿਸਾਈਡ ਕਰਕੇ ਤਿਆਰੀ ਕਰਦੇ ਆ। ਜਦੋਂ ਆਪਾਂ ਤਿਆਰੀ ਕਰਨ ਦੀ ਸੋਚਦੇ ਹਾਂ, ਉਹਨਾਂ ਦਾ ਸਿਲੇਬਸ 1 ਤੋਂ 2 ਵਾਰ ਹੋ ਚੁੱਕਿਆ ਹੁੰਦਾ। ਉਹ ਸਿਰਫ ਰਿਵੀਜ਼ਨ 'ਤੇ ਜਾਂ ਫੋਕਸ ਕਰਨ 'ਤੇ ਹੁੰਦੇ ਨੇ ਉਸ ਟਾਈਮ, ਕਿ ਜਿਵੇਂ ਮੰਨ ਲਓ PSSB ਦਾ ਕੋਈ ਐਗਜ਼ਾਮ ਹੋ ਗਿਆ, ਜਿਵੇਂ ਬੱਚਿਆਂ ਨੇ ਐਕਸਾਈਜ਼ ਦਾ ਪੇਪਰ ਦੇਣਾ ਸੀ, ਕਿਸੇ ਦਾ ਐਕਸਾਈਜ਼ 'ਤੇ ਫੋਕਸ ਹੈ, ਉਸ ਤੋਂ ਪਹਿਲਾਂ ਉਹਨੇ ਦੇਖਿਆ ਵੀ PSSB ਨੇ ਕਲਰਕ ਦਾ ਪੇਪਰ ਲੈ ਲਿਆ, ਪਟਵਾਰੀ ਦਾ ਪੇਪਰ ਲੈ ਲਿਆ, ਅਤੇ ਜਿਹੜੇ ਬੱਚੇ ਦਾ ਸਿਲੇਬਸ ਕਵਰ ਹੈ, ਰਿਵੀਜ਼ਨ ਕੰਪਲੀਟ ਹੈ, ਉਹ ਦੇਖੂਗਾ ਪੇਪਰ 'ਚ ਵੇਰੀਏਸ਼ਨ ਕਿੰਨਾ ਸੀਗਾ ਕਿ ਮੇਰੀ ਤਿਆਰੀ ਦੇ ਹਿਸਾਬ ਨਾਲ ਕੀ ਹੈ। ਉਹਨੂੰ ਲੱਗੂ ਵੀ ਜੇ ਮੇਰੀ ਤਿਆਰੀ ਹਿਸਾਬ ਨਾਲ ਪੇਪਰ ਥੋੜ੍ਹਾ ਹਾਰਡ ਹੈ ਜਾਂ ਈਜ਼ੀ ਹੈ, ਤਾਂ ਉਸ ਹਿਸਾਬ ਨਾਲ ਉਹ ਆਪਦੀ ਤਿਆਰੀ ਨੂੰ ਸ਼ਿਫਟ ਕਰ ਲੂਗਾ, ਚੇਂਜ ਕਰ ਲੂਗਾ। ਪਰ ਜਿਹੜਾ ਨਵਾਂ ਬੱਚਾ ਹੈ ਜਿਹਨੇ 2 ਮਹੀਨੇ ਤਿਆਰੀ 'ਚ ਸਾਰਾ ਕੁਝ ਕਰਨਾ ਹੈ, ਉਹ ਉਹਨਾਂ ਚੀਜ਼ਾਂ ਨੂੰ ਕਵਰ ਨਹੀਂ ਕਰ ਸਕਦਾ, ਕਿਉਂਕਿ ਉਹਦਾ ਸਿਲੇਬਸ ਨਹੀਂ ਕਵਰ ਹੋ ਸਕਦਾ। ਅਤੇ ਮੈਂ ਤਾਂ ਮੇਰੇ ਸਾਥੀਆਂ ਨੂੰ ਆਹੀ ਗਾਈਡ ਕਰਾਂਗਾ ਵੀ ਇਹ ਚੀਜ਼ ਦੀ ਵੇਟ ਨਾ ਕਰੋ। ਤੁਸੀਂ ਤੁਹਾਡਾ ਕੋਈ ਵੀ ਡਰੀਮ ਜੋਬ ਹੈ, ਚਾਹੇ ਤੁਹਾਡਾ ਡਰੀਮ ਹੈ ਵੀ ਮੈਨੂੰ ਸਰਕਾਰੀ ਨੌਕਰੀ ਚਾਹੀਦੀ ਹੈ, ਤੁਸੀਂ ਪਹਿਲਾਂ ਤੋਂ ਹੀ ਤਿਆਰੀ ਲੱਗ ਜਾਓ। ਨੋਟੀਫਿਕੇਸ਼ਨ ਦੀ ਵੇਟ ਨਾ ਕਰੋ, ਨੋਟੀਫਿਕੇਸ਼ਨ ਤਾਂ ਆਉਣਾ ਹੀ ਆਉਣਾ। ਥੈਂਕ ਯੂ, ਤੁਸੀਂ ਕਾਫੀ ਵਧੀਆ ਚੀਜ਼ਾਂ ਦੱਸੀਆਂ ਹੁਣ ਤੱਕ। ਅਤੇ ਹੁਣ ਤੁਸੀਂ ਸਾਨੂੰ ਥੋੜ੍ਹਾ ਜਿਹਾ ਇਹ ਦੱਸੋ ਵੀ ਜਿਵੇਂ ਤੁਸੀਂ ਪੰਜਾਬ ਪੁਲਿਸ ਜੁਆਇਨ ਕੀਤੀ ਹੈ, ਥੋੜ੍ਹਾ ਜਿਹਾ ਪੁਲਿਸ ਬਾਰੇ ਪੁੱਛਣ ਲੱਗਾ ਤੁਹਾਨੂੰ ਵੀ ਤੁਸੀਂ ਡਿਸਟ੍ਰਿਕਟਰੀ ਕਿਉਂ ਚੂਜ਼ ਕੀਤਾ? ਇੱਕ ਤਾਂ ਤੁਸੀਂ ਦੱਸਤਾ ਵੀ ਫਾਦਰ ਸਾਹਿਬ ਚਾਹੁੰਦੇ ਸੀ, ਕਿ ਇਕੱਲਾ ਇਹੀ ਕਾਰਨ ਸੀ ਜਾਂ ਕੋਈ ਹੋਰ ਵੀ ਕਾਰਨ ਸੀ ਵੀ ਤੁਸੀਂ ਡਿਸਟ੍ਰਿਕਟਰੀ ਚੂਜ਼ ਕੀਤਾ? ਸਰ ਉਹੀ ਗੱਲ, ਇੱਕ ਤਾਂ ਲੈਕ ਆਫ ਨੌਲੇਜ ਜਿਹਨੂੰ ਕਹਿ ਦਿੰਦੇ ਹਾਂ, ਜਦੋਂ ਤਾਈਂ ਕੋਈ ਲੱਗੇ ਨਾ ਹੋਣ ਜਾਂ ਆਸੇ ਪਾਸੇ ਦਾ ਪਤਾ ਨਾ ਹੋਵੇ ਤਾਂ ਧਿਆਨ ਨਹੀਂ ਸੀ। ਇੱਕ ਤਾਂ ਫਾਦਰ ਸਾਹਿਬ ਦੀ ਬਹੁਤ ਇੱਛਾ ਸੀ ਵੀ ਡਿਸਟ੍ਰਿਕਟ ਕੈਡਰ 'ਚ ਜਾਵਾਂ, ਅਤੇ ਦੂਜਾ ਜਦੋਂ ਫਾਰਮ ਭਰਿਆ, ਕੋਈ ਸਾਥੀ ਮਿੱਤਰ ਸੀਗਾ, ਮੈਂ ਉਹਨਾਂ ਨੂੰ ਪੁੱਛਿਆ ਵੀ ਆਪਾਂ ਕੀ ਫਿਲ ਕਰਨਾ ਚਾਹੀਦਾ, ਪ੍ਰੈਫਰੈਂਸ ਕੀ ਹੁੰਦੀਆਂ। ਮੈਨੂੰ ਬੇਸਿਕਲੀ ਇਹਨਾਂ ਦੇ ਕੈਡਰ ਬਾਰੇ ਨਹੀਂ ਪਤਾ ਸੀ, ਆਰਮਡ ਬਾਰੇ ਜਾਣਦਾ ਸੀ ਮੈਂ, ਜਾਂ ਡਿਸਟ੍ਰਿਕਟ ਬਾਰੇ ਮੈਨੂੰ ਧਿਆਨ ਸੀ ਥੋੜ੍ਹਾ ਬਹੁਤ, ਬਟ ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਬਾਰੇ ਮੈਨੂੰ ਬਿਲਕੁਲ ਨੌਲੇਜ ਨਹੀਂ ਸੀ, ਅਤੇ ਇੰਟੈਲੀਜੈਂਸ ਲਈ ਤਾਂ ਮੈਂ ਐਲੀਜੀਬਲ ਵੀ ਨਹੀਂ ਸੀਗਾ। ਇਸ ਕਰਕੇ ਮੈਂ ਫਸਟ ਪ੍ਰੈਫਰੈਂਸ ਮੇਰੀ ਡਿਸਟ੍ਰਿਕਟ ਰੱਖੀ ਸੀ, ਅਤੇ ਦੂਜੀ ਇਨਵੈਸਟੀਗੇਸ਼ਨ, 3rd ਨੰਬਰ 'ਤੇ ਆਰਮਡ ਸੀ ਸਰ। ਠੀਕ ਹੈ ਜੀ। ਅਤੇ ਚਲੋ ਹੁਣ ਸਾਨੂੰ ਇਹ ਦੱਸੋ, ਤੁਸੀਂ ਜਿਵੇਂ ਮੰਨ ਲਓ ਐਗਜ਼ਾਮ ਦੀ ਜਦੋਂ ਤਿਆਰੀ ਹੋ ਗਈ ਸਾਰੀ, ਉਸ ਤੋਂ ਬਾਅਦ ਜਿਵੇਂ ਮੈਂ ਕੈਂਡੀਡੇਟਸ ਨੂੰ ਰਿਕਮੈਂਡ ਕਰਦਾ ਹੁੰਦਾ ਵੀ ਜਦੋਂ ਤੁਹਾਡੀ ਤਿਆਰੀ ਹੋ ਗਈ, ਤੁਹਾਨੂੰ ਲੱਗਦਾ ਵੀ ਪੂਰੀ ਅਸੀਂ ਹੁਣ ਮਤਲਬ ਕਾਬਲ ਹੋ ਗਏ, ਯੋਧੇ ਬਣ ਗਏ ਅਸੀਂ, ਵੀ ਅਸੀਂ ਝੱਲਾਂਗੇ ਸਾਰਾ ਕੁਝ, ਜਿਹੋ ਜਿਹੇ ਮਰਜ਼ੀ ਕੁਐਸਚਨ ਆ ਜਾਣ, ਅਤੇ ਉਸ ਤੋਂ ਬਾਅਦ ਤੁਹਾਨੂੰ ਟੈਸਟ ਦੇਣੇ ਚਾਹੀਦੇ ਆ, ਮੌਕ ਸੀਰੀਜ਼ ਜਾਂ ਟੈਸਟ ਸੀਰੀਜ਼ ਦੇਣੀ ਚਾਹੀਦੀ ਹੈ। ਕੀ ਤੁਸੀਂ ਵੀ ਕੋਈ ਇਹੋ ਜਿਹੀ ਮੌਕ ਟੈਸਟ ਸੀਰੀਜ਼ ਵੱਲ ਗਏ ਸੀ, ਜਾਂ ਤੁਹਾਡਾ ਧਿਆਨ ਸੀਗਾ ਵੀ ਟੈਸਟ ਦੇਣੇ ਚਾਹੀਦੇ? ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ? ਬਿਲਕੁਲ ਸਰ, ਅਸੀਂ 5-6 ਮੁੰਡਿਆਂ ਦਾ ਗਰੁੱਪ ਸੀਗਾ ਜਲੰਧਰ, ਜਦੋਂ ਅਸੀਂ ਸਟੇਟ ਪਟਵਾਰ ਸਕੂਲ 'ਚ ਸੀਗੇ, ਅਤੇ ਜਦੋਂ ਸਾਡੀ ਤਿਆਰੀ ਹੋ ਗਈ ਅਤੇ 1 ਮਹੀਨਾ ਰਹਿੰਦਾ ਸੀ ਐਗਜ਼ਾਮ ਦਾ ਲਗਭਗ, ਅਤੇ ਅਸੀਂ ਸੋਚਿਆ ਵੀ ਮੌਕ ਟੈਸਟ ਲਾਏ ਜਾਣ, ਅਤੇ ਅਸੀਂ 1-2 ਐਪਲੀਕੇਸ਼ਨ 'ਤੇ ਸਰਚ ਕੀਤਾ, ਨਾਮੀ ਅਕੈਡਮੀਆਂ ਦਾ ਸਰਚ ਕੀਤਾ, ਮੈਂ ਨਾਮ ਨਹੀਂ ਲੈਂਦਾ,
ਪਰ ਉਹਨਾਂ ਦੇ ਮੋਕ ਟੈਸਟ ਜਦੋਂ ਲਾਏ ਸਾਨੂੰ ਬਿਲਕੁਲ ਇਰਰੀਲੀਵੈਂਟ ਲੱਗੇ। ਜਦੋਂ ਮੈਂ ਮੋਕ ਟੈਸਟ ਦਿੱਤਾ ਇੱਕ ਦਾ ਅਤੇ ਮੇਰੇ 690 ਮਾਰਕਸ ਆਏ, ਅਤੇ ਉਹ ਵੀ ਮੇਰੇ ਕੋਲ ਟਾਈਮ ਲਗਭਗ 1 ਘੰਟਾ ਬਚ ਗਿਆ ਸੀ। ਅਤੇ ਉਹਦੇ ਬਾਅਦ ਮੈਨੂੰ ਲੱਗਿਆ ਵੀ ਇਹ ਰਿਲੀਵੈਂਟ ਨਹੀਂ ਹੈ। ਮੇਰੇ ਸਾਥੀਆਂ ਨੇ ਵੀ ਵੇਖਿਆ। ਫਿਰ ਅਸੀਂ 1-2 ਹੋਰ ਜਿਹੜੀਆਂ ਟੈਕਸਟ ਬੁੱਕ ਟਾਈਪ ਹੈ ਜਾਂ ਓਲੇ ਬੋਰਡ ਹੈ ਉਹਨਾਂ 'ਤੇ ਮੋਕ ਲਾਏ, ਸਾਨੂੰ ਰਿਲੀਵੈਂਟ ਨਹੀਂ ਲੱਗੇ। ਅਤੇ ਅਸੀਂ ਲੱਭਦੇ ਜਿਵੇਂ ਤੁਸੀਂ ਗਾਈਡ ਕਰਦੇ ਰਹਿੰਦੇ ਹੋ ਸੰਘਰਸ਼ ਅਕੈਡਮੀ, ਅਤੇ ਮੈਂ ਸੰਘਰਸ਼ ਅਕੈਡਮੀ ਦੀ ਐਪ 'ਤੇ ਇੱਕ ਮੋਕ ਟੈਸਟ ਲਾਇਆ, ਸਾਨੂੰ ਰਿਲੀਵੈਂਟ ਲੱਗਿਆ। ਇਹਦੇ ਬਾਅਦ ਮੈਂ ਨਰਿੰਦਰ ਸਰ ਨੂੰ ਕਾਲ ਕੀਤੀ ਅਤੇ ਸਰ ਨੂੰ ਮੈਂ ਪੁੱਛਿਆ ਵੀ ਸਰ ਸਾਨੂੰ ਮੋਕ ਟੈਸਟ ਲੈਣੇ ਆ ਤੁਹਾਡੇ, ਅਤੇ ਸਰ ਨੇ ਕਿਹਾ ਵੀ ਤੁਸੀਂ ਜਾਓ ਐਪ 'ਤੇ, ਆਹ ਪ੍ਰੋਸੀਜਰ ਹੈ ਤੁਸੀਂ ਲਾਓ। ਬਟ ਸਾਡੀ ਇੱਕ ਕੰਡੀਸ਼ਨ ਸੀਗੀ ਵੀ ਸਰ ਪੇਪਰ ਆਫਲਾਈਨ ਮੋਡ 'ਚ ਹੈ ਅਤੇ ਅਸੀਂ ਔਨਲਾਈਨ ਨਹੀਂ ਲਾਉਣਾ ਚਾਹੁੰਦੇ, ਸਾਨੂੰ ਜਿਹੜੇ ਆ ਸਰਕਲ ਡਾਰਕ ਕਰਨ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਅਤੇ ਇਸ ਗੱਲ ਬਾਰੇ ਸਰ ਨੂੰ ਮੈਂ ਰਿਕੁਐਸਟ ਕੀਤੀ ਸੀ। ਸਰ ਕਹਿੰਦੇ ਵੀ ਅਸੀਂ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ, ਅਤੇ ਅਗਲੇ ਦਿਨ ਸਰ ਨੇ ਮੈਨੂੰ ਕਿਹਾ ਵੀ ਤੁਸੀਂ ਖਰੀਦ ਸਕਦੇ ਹੋ, ਅਸੀਂ ਤੁਹਾਨੂੰ PDF ਪ੍ਰੋਵਾਈਡ ਕਰਵਾਵਾਂਗੇ। ਅਤੇ ਅਸੀਂ ਉਹ ਮੋਕ ਟੈਸਟ ਲਾਏ ਅਤੇ ਸਾਨੂੰ ਬਹੁਤ ਰਿਲੇਵੈਂਟ ਲੱਗੇ। ਮੈਂ ਇੱਥੇ ਬੈਠਾ ਹਾਂ ਕਿ ਅੱਜ ਤੁਹਾਨੂੰ ਇੰਟਰਵਿਊ ਦੇ ਰਿਹਾ ਇਸ ਕਰਕੇ ਨਹੀਂ ਕਿ ਜਵਾਕਾਂ ਨੂੰ ਭਰਮ ਹੋਵੇ। ਮੈਂ ਕਈ ਬੱਚਿਆਂ ਨੂੰ ਗਾਈਡ ਵੀ ਕੀਤਾ ਇਸ ਤੋਂ ਪਹਿਲਾਂ ਕਿ ਸਬ ਇੰਸਪੈਕਟਰ ਦੀ ਭਰਤੀ ਬਾਰੇ, ਅਤੇ ਮੈਂ ਨਰਿੰਦਰ ਸਰ ਦੀ ਪਰਮਿਸ਼ਨ ਲੈ ਕੇ ਪਿਛਲੀ ਟੈਸਟਾਂ ਦੀ ਇੱਕ PDF ਵੀ ਸ਼ੇਅਰ ਕੀਤੀ ਸੀ। ਉਹਨਾਂ ਨੂੰ ਕਿਹਾ ਵੀ ਮੈਨੂੰ ਰਿਲੇਵੈਂਟ ਲੱਗੇ ਸੀ, ਤੁਸੀਂ ਦੇਖੋ ਤੁਹਾਨੂੰ ਲੱਗਦੇ ਆ ਰਿਲੇਵੈਂਟ ਤਾਂ ਤੁਸੀਂ ਗੱਲ ਕਰੋ। ਅਤੇ ਜਦੋਂ ਅਸੀਂ ਮੋਕ ਟੈਸਟ ਲਾਏ ਸੀ ਸਰ, ਅਸੀਂ 570 ਤੋਂ ਲੈ ਕੇ 600 ਤੱਕ ਰਹਿੰਦੇ ਸੀ। 5 ਮੋਕ ਟੈਸਟ ਲਾਏ ਸੀ ਅਸੀਂ, ਸਾਨੂੰ 7 ਮੋਕ ਟੈਸਟ ਮਿਲੇ ਸੀਗੇ। ਇੱਕ 'ਚ 600 ਪਲੱਸ ਕ੍ਰੋਸ ਹੋਇਆ ਸੀ। ਅਤੇ ਜਦੋਂ ਅਸੀਂ ਪੇਪਰ ਲਾਏ ਸੀ ਅਤੇ ਪੇਪਰ ਦਾ ਅਤੇ ਉਹਦਾ ਸਾਰਾ ਹੀ ਫਰਕ ਸੀਗਾ। ਪੇਪਰ ਬਹੁਤ ਈਜ਼ੀ ਸੀ ਅਤੇ ਸਕੋਰ ਜਿਹੜਾ ਹੈ 700 ਦੇ ਅਰਾਊਂਡ ਚਲਾ ਗਿਆ। ਅਤੇ ਮੈਂ ਬੱਚਿਆਂ ਨੂੰ ਰਿਕਮੈਂਡ ਕਰਾਂਗਾ ਕਿ ਤੁਸੀਂ ਕਿਤੋਂ ਵੀ ਮੋਕ ਟੈਸਟ ਲੈਣ ਤੋਂ ਪਹਿਲਾਂ ਇੱਕ ਵਾਰ ਸੰਘਰਸ਼ ਅਕੈਡਮੀ ਦੇ ਮੋਕ ਟੈਸਟ ਜਿਹੜੇ ਡੈਮੋ ਤੁਹਾਨੂੰ ਮਿਲਦਾ ਐਪ 'ਤੇ ਉਹ ਜ਼ਰੂਰ ਦੇਖੋ ਤਿਆਰੀ ਹੋਣ ਤੋਂ ਬਾਅਦ। ਉਹਦੇ ਬਾਅਦ ਤੁਸੀਂ ਆਪਣੇ ਆਪ ਹੀ ਮੋਕ ਟੈਸਟ ਖਰੀਦ ਲਓਗੇ, ਤੁਹਾਨੂੰ ਐਂ ਨਹੀਂ ਲੱਗੂਗਾ ਵੀ ਕੋਈ ਪ੍ਰਮੋਟ ਕਰ ਰਿਹਾ ਹੋ ਰਿਹਾ। ਰਿਲੇਵੈਂਸੀ ਤੁਹਾਨੂੰ ਆਪੇ ਪਤਾ ਲੱਗ ਜੂਗੀ। ਜਿਹੜੀ ਮੇਨ ਗੱਲ ਹੈ ਮੈਂ ਪਹਿਲਾਂ ਵੀ ਕਹੀ ਸੀ ਵੀ ਤੁਹਾਡਾ ਟਾਈਮ ਹੈ। ਅਗਰ ਤੁਸੀਂ ਪੈਸਿਆਂ ਵੱਲ ਦੇਖ ਕੇ ਮੋਕ ਟੈਸਟ ਘਟੀਆ ਲੈ ਲੈਂਦੇ ਹੋ ਜਾਂ ਹੋਰ ਲੈਂਦੇ ਹੋ ਜਿਨ੍ਹਾਂ ਦੀ ਕੋਈ ਰਿਲੇਵੈਂਸੀ ਨਹੀਂ, ਅਤੇ ਉਹ 200-400 ਤਾਂ ਤੁਹਾਡੇ ਬਚ ਜਾਣੇ ਆ, ਪਰ 1 ਸਾਲ ਜਿਹੜਾ ਜਾਊਗਾ ਅੱਗੇ ਭਰਤੀ ਦਾ ਕੀ ਪ੍ਰੋਸੈਸ ਰਹਿੰਦਾ ਉਹਦੇ ਲਈ ਤੁਸੀਂ ਹਮੇਸ਼ਾ ਪਛਤਾਓਗੇ। ਜੀ ਬਿਲਕੁਲ, ਤੁਸੀਂ ਵਧੀਆ ਗਾਈਡ ਕੀਤਾ ਬੱਚਿਆਂ ਨੂੰ। ਕਿ ਜ਼ਿਆਦਾਤਰ ਸਟੂਡੈਂਟ ਆ ਜਿਹੜੇ ਮੇਰੇ ਨਾਲ ਵੀ ਗੱਲਬਾਤ ਕਰਦੇ ਉਹੀ ਕਹਿੰਦੇ ਵੀ ਥੋੜ੍ਹਾ ਅਸੀਂ ਆਰਥਿਕ ਸਥਿਤੀ ਤੋਂ ਤੰਗ ਹੈਗੇ ਹਾਂ, ਵੀ ਅਸੀਂ ਮੰਨ ਲਓ ਕੋਈ ਕੋਰਸ ਬਾਰੇ ਵੀ ਪੁੱਛਦਾ ਆ ਤਾਂ ਦੱਸਿਆ ਜਾਂਦਾ ਹੈ ਨਾ। ਜਿਵੇਂ ਮੈਂ ਰਿਕਮੈਂਡ ਕਰਦਾ ਇਹੀ ਵੀ, ਕਿਉਂਕਿ ਰਿਕਮੈਂਡੇਸ਼ਨ ਉਹਦੀ ਦਿੱਤੀ ਜਾਂਦੀ ਹੈ ਜਿਹਦਾ ਖੁਦ ਪਤਾ ਹੋਵੇ ਵੀ ਹਾਂ ਇਹ ਚੀਜ਼ ਕਿੱਦਾਂ ਦੀ ਹੈ। ਤਾਂ ਮੈਂ ਸੰਘਰਸ਼ ਅਕੈਡਮੀ ਬਾਰੇ ਹੀ ਰਿਕਮੈਂਡ ਕਰਦਾ, ਕਿਉਂਕਿ ਮੈਨੂੰ ਪਤਾ ਹੈ, ਕਿਉਂਕਿ ਮੇਰੇ ਨਾਲ ਪੜ੍ਹੇ ਆ ਮੈਡਮ ਵੀ ਕੀ ਪੜ੍ਹਾਉਂਦੇ ਆ ਕੀ ਨਹੀਂ ਪੜ੍ਹਾਉਂਦੇ। ਅਤੇ ਕਾਫੀ ਕੈਂਡੀਡੇਟਸ ਇਹ ਗੱਲ ਕਹਿੰਦੇ ਆ ਕਿ ਜਿਵੇਂ ਮੰਨ ਲਓ ਔਨਲਾਈਨ ਬੈਚ ਦੀ ਫੀਸ ਲਗਭਗ 5000 ਹੈਗੀ ਆ, ਤਾਂ ਵੀ 5000 ਵਿੱਚ ਵੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਅਸੀਂ ਇੰਨੀ ਫੀਸ ਵੀ ਨਹੀਂ ਦੇ ਸਕਦੇ। ਪਰ ਮੈਨੂੰ ਇਹ ਲੱਗਦਾ ਵੀ ਅੱਜ ਦੇ ਟਾਈਮ 'ਤੇ 5000 ਰੁਪਈਆ ਵੀ ਕੁਛ ਮੰਨ ਲਓ ਤੁਸੀਂ ਆਪਦੀ ਖੁਦ ਦੀ ਗਰੋਥ ਲਈ ਜੇ ਤੁਸੀਂ 5000 ਵੀ ਨਹੀਂ ਲਾ ਸਕਦੇ ਤਾਂ ਬਹੁਤ ਮਾੜੀ ਗੱਲ ਹੈ। ਕਾਫੀ ਕੈਂਡੀਡੇਟਸ ਇੱਦਾਂ ਦੇ ਜਿਨ੍ਹਾਂ ਨੇ ਫ਼ੋਨ ਤਾਂ 20-25 ਦੇ ਆਈਫੋਨ ਰੱਖੇ ਹੋਏ ਆ, ਪਰ ਉਹਨਾਂ ਨੂੰ ਮਤਲਬ 5000 ਜਾਂ 10000 ਖੁਦ ਦੀ ਗਰੋਥ ਲਈ ਜਦੋਂ ਸਾਰੀ ਉਮਰ ਨੌਕਰੀ ਕਰਨੀ ਹੈ ਤਾਂ ਉਹਦੇ ਲਈ ਲਾਉਣ 'ਚ ਵੀ ਪ੍ਰੋਬਲਮ ਆਉਂਦੀ ਹੈ। ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਹਾਂ, ਕੁਛ ਕੈਂਡੀਡੇਟਸ ਹੁੰਦੇ ਆ, ਮੰਨਦੇ ਆਪਾਂ ਵੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਤੰਗ ਹੈ, ਪਰ ਉਸ ਚੀਜ਼ਾਂ ਦੇ ਵੀ ਸੋਲਿਊਸ਼ਨ ਨਿਕਲ ਜਾਂਦੇ। ਕੋਈ ਏਡੀ ਗੱਲ ਨਹੀਂ ਹੈਗੀ। ਕਈ ਜਣਿਆਂ ਨੂੰ ਹੈਲਪ ਵੀ ਕੀਤੀ ਹੈ ਅਸੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜੇ ਕੋਈ ਆਉਂਦਾ ਤਾਂ ਬਾਕੀ ਲੱਗਦਾ ਹੈ ਕਈ ਜਣੇ, ਪਰ ਇੱਦਾਂ ਆ ਵੀ ਆਰਥਿਕ ਸਥਿਤੀ ਠੀਕ ਹੋਣ ਦੇ ਬਾਵਜੂਦ ਵੀ ਇਹ ਕਹਿਣ ਲੱਗ ਜਾਂਦੇ ਆ, ਝੂਠ ਮਾਰਨ ਲੱਗ ਜਾਂਦੇ ਵੀ ਅਸੀਂ ਠੀਕ ਨਹੀਂ ਹੈਗੇ। ਤਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਤੁਸੀਂ ਵੈਸੇ ਆਪਾਂ ਮੈਨੂੰ ਲੱਗਦਾ ਸਾਰੀ ਚੀਜ਼ਾਂ ਕਵਰ ਕਰ ਲਈਆਂ। ਤੁਸੀਂ ਜੇ ਕੋਈ ਹੋਰ ਆਪਦੇ ਵੈਲਿਊਏਬਲ ਪੁਆਇੰਟ ਜਿਹੜੇ ਕੈਂਡੀਡੇਟਸ ਹੁਣ ਜਿਹੜੀ ਰੀਸੈਂਟਲੀ ਭਰਤੀ ਆ ਰਹੀ ਹੈ ਸਬ ਇੰਸਪੈਕਟਰ ਦੀ, ਜਿਹੜੇ ਤਿਆਰੀ ਕਰਨ ਲੱਗੇ ਹੋਣਗੇ ਜਾਂ ਕਾਂਸਟੇਬਲ ਦੇ ਪੇਪਰਾਂ ਦੀ ਤਿਆਰੀ ਕਰਨ ਲੱਗੇ ਹੋਣਗੇ, ਜੇ ਤੁਸੀਂ ਉਹਨਾਂ ਨੂੰ ਕੁਝ ਗਾਈਡ ਕਰਨਾ ਚਾਹੋ ਤਾਂ ਉਹਦੇ ਵੱਲੋਂ ਕਰ ਸਕਦੇ ਹੋ। ਹਾਂਜੀ ਸਰ, ਬਿਲਕੁਲ। ਪਹਿਲਾਂ ਤਾਂ ਜਿਹੜੀ ਗੱਲ ਤੁਸੀਂ ਆ ਆਈਫੋਨ ਵਾਲੀ ਜਾਂ ਦੂਜੇ ਫੋਨਸ ਵਾਲੀ ਕਹੀ, ਇਹ ਬਿਲਕੁਲ ਸਹੀ ਗੱਲ ਹੈ ਸਰ। ਕਈ ਮੁੰਡੇ ਫ਼ੋਨ ਤਾਂ ਬਹੁਤ ਮਹਿੰਗੇ ਰੱਖਦੇ ਨੇ ਜਾਂ ਹੋਰ ਹੈ, ਪਰ ਉਹ ਕੋਰਸ ਲੈਣ ਵਾਲੇ ਝਿਜਕਾਉਂਦੇ ਨੇ ਕਿ ਸਾਨੂੰ ਸਸਤਾ ਮਿਲ ਜੇ। ਅਤੇ ਇਹਦੇ ਲਈ ਮੈਂ ਜ਼ਰੂਰ ਕਹਾਂਗਾ ਕਿ ਇਹ ਤੁਸੀਂ ਖਰਚਾ ਨਾ ਮੰਨੋ, ਇਹ ਤੁਹਾਡੀ ਇਨਵੈਸਟਮੈਂਟ ਹੈ ਤੁਹਾਡੇ ਉੱਤੇ। ਜ਼ਿੰਦਗੀ ਲਈ ਤੁਹਾਡਾ ਫਿਊਚਰ ਸਿਕਿਉਰ ਹੋ ਰਿਹਾ ਹੈ ਅਤੇ ਤੁਹਾਨੂੰ ਨੌਲੇਜ ਮਿਲ ਰਹੀ ਹੈ। ਇਸ ਤੋਂ ਵਧੀਆ ਚੀਜ਼ ਕੋਈ ਨਹੀਂ ਗੀ। ਤੁਸੀਂ ਇੰਨਾ ਖਰਚਾ ਲਾ ਕੇ ਡਿਗਰੀਆਂ ਲਿੱਤੀਆਂ ਨੇ, ਸਾਰਾ ਕੁਛ ਕੀਤਾ, ਅਤੇ ਕੋਰਸ ਹਮੇਸ਼ਾ ਵਧੀਆ ਹੀ ਲਓ। ਅਤੇ ਜਿਹੜੇ ਮੇਰੇ ਸਾਥੀ ਤਿਆਰੀ ਕਰ ਰਹੇ ਨੇ, ਜਿਹੜੇ ਨਵੇਂ ਸਿਰੇ ਤੋਂ ਲੱਗੇ ਨੇ, ਪਹਿਲਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜਾ ਹੈ ਪਹਿਲੇ ਆਪਦੇ ਕਨਸੈਪਟ ਕਲੀਅਰ ਕਰੋ, ਅਤੇ ਸੋਰਸਿਸ ਜਿਹੜੇ ਵੀ ਤੁਹਾਡੇ ਨੇ, ਤੁਸੀਂ ਜਿੱਥੋਂ ਵੀ ਜੋ ਵੀ ਸੋਰਸਿਸ ਫੋਲੋ ਕਰ ਰਹੇ ਨੇ, ਸਿੰਗਲ ਸੋਰਸਿਸ ਰੱਖੋ ਇੱਕ ਸਬਜੈਕਟ ਦਾ। ਆਏ ਨਹੀਂ ਕਿ ਤੁਸੀਂ ਇੱਕ ਸਬਜੈਕਟ ਲਈ ਮੰਨ ਲਓ ਜਿਵੇਂ ਇੰਗਲਿਸ਼ ਲਈ ਮੈਂ ਕਹਿ ਦਿਆਂ, ਤੁਸੀਂ ਨੀਤੂ ਸਿੰਘ ਵੀ ਲੈ ਲਈ, MB ਪਬਲੀਕੇਸ਼ਨ ਵੀ ਲੈ ਲਈ, ਕਿਸੇ ਦਾ ਕੋਰਸ ਵੀ ਲੈ ਲਿਆ, ਹੋਰ ਕਿਤਾਬ ਵੀ ਲੈ ਲਈ, ਅਤੇ ਬਹੁਤ ਜ਼ਿਆਦਾ ਸੋਰਸਿਸ ਨਾਲ ਤੁਸੀਂ
ਐਗਜ਼ਾਮ ਨਹੀਂ ਕਰੈਕ ਕਰ ਸਕਦੇ, ਕਿਉਂਕਿ ਰਿਪੀਟੀਸ਼ਨ ਬਹੁਤ ਜ਼ਰੂਰੀ ਹੈ। ਕਹਿੰਦੇ ਆ ਕਿ 100 ਕਿਤਾਬਾਂ ਪੜ੍ਹਨ ਨਾਲੋਂ ਵਧੀਆ ਹੈ ਕਿ ਇੱਕ ਕਿਤਾਬ ਨੂੰ 100 ਵਾਰੀ ਪੜ੍ਹੋ, ਤੁਹਾਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲੂਗੀ। ਅਤੇ ਇਸ ਕਰਕੇ ਜਿਹੜੇ ਵੀ ਨਵੇਂ ਸਾਥੀ ਆ ਉਹ ਕਨਸੈਪਟ ਕਲੀਅਰ ਕਰਨ 'ਤੇ ਜ਼ੋਰ ਦੇਣ। ਜਦੋਂ ਕਨਸੈਪਟ ਕਲੀਅਰ ਹੋ ਜਾਣ ਉਹਦੇ ਬਾਅਦ ਪ੍ਰੈਕਟਿਸ ਵੱਲ ਧਿਆਨ ਦੇਣ, ਅਤੇ ਜਦੋਂ ਪ੍ਰੈਕਟਿਸ ਹੋ ਜੇ ਅਤੇ ਉਹਦੇ ਬਾਅਦ ਕੀ ਹੈ, ਮੈਥ 'ਚ ਜਿਹੜੀ ਚੀਜ਼ ਜ਼ਰੂਰੀ ਹੈ ਮੈਥ ਰੀਜਨਿੰਗ 'ਤੇ, ਉਹ ਹੈ ਸਪੀਡ ਵਿਦ ਐਕੂਰੇਸੀ। ਹੋ ਸਕਦਾ ਤੁਹਾਡੀ ਸਪੀਡ ਹੋਏ ਪਰ ਐਕੂਰੇਸੀ ਨਾ ਹੋਏ, ਤਾਂ ਤੁਸੀਂ ਐਕੂਰੇਸੀ ਦਾ ਪੂਰਾ ਧਿਆਨ ਰੱਖਣਾ ਹੈ। ਪਹਿਲਾਂ ਐਕੂਰੇਸੀ ਆਉਣੀ ਚਾਹੀਦੀ ਹੈ, ਫਿਰ ਸਪੀਡ। ਅਤੇ ਮੈਥ 'ਚ ਮੈਂ ਇੱਕ ਚੀਜ਼ ਹੋਰ ਗਾਈਡ ਕਰਨਾ ਚਾਹੂੰਗਾ ਤੁਹਾਨੂੰ, ਕਿ ਅਗਰ ਤੁਸੀਂ ਸੋਚੋ ਕਿ ਟ੍ਰਿਕ ਨਾਲ ਕੰਮ ਹੋ ਜਾਊਗਾ, ਸਾਡੇ ਕੋਲ 2 ਮਹੀਨੇ ਹੈ, ਅਤੇ ਇਹ ਗਲਤਫਹਿਮੀ 'ਚ ਸਾਥੀਓ ਨਾ ਰਿਓ, ਕਿਉਂਕਿ ਇਹਦਾ ਕਾਰਨ ਇਹ ਹੈ ਕਿ ਟ੍ਰਿਕ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਕਨਸੈਪਟ ਕਲੀਅਰ ਹੋਣ। ਜੇ ਮੰਨ ਲਓ ਕੁਐਸਚਨ 'ਚ ਥੋੜ੍ਹੀ ਹੇਰ ਫੇਰ ਕਰਤੀ ਐਗਜ਼ਾਮੀਨਰ ਨੇ, ਤਾਂ ਤੁਹਾਡੀ ਟ੍ਰਿਕ ਉੱਥੇ ਫੇਲ ਹੋ ਜਾਊਗੀ। ਠੀਕ ਹੈ, ਇੰਗਲਿਸ਼ ਲਈ ਤੁਸੀਂ ਕੋਈ ਵੀ ਟੀਚਰ ਲੱਭੋ, ਮੈਥ ਲਈ ਟੀਚਰ ਲੱਭੋ, ਨਹੀਂ ਤਾਂ ਇੱਕ ਕੰਸੋਲੀਡੇਟਡ ਕੋਰਸ ਲੈ ਲਓ ਜਿਹੜਾ ਵਧੀਆ ਹੋਵੇ। ਠੀਕ ਹੈ, ਜਿਵੇਂ ਜਸ਼ਨ ਸਰ ਰਿਕਮੈਂਡ ਕਰਦੇ ਨੇ ਸੰਘਰਸ਼ ਅਕੈਡਮੀ ਦਾ, ਮੈਂ ਇਹਨਾਂ ਦਾ ਕੋਰਸ ਵੇਖਿਆ ਹੈ, ਮੈਂ ਪੜ੍ਹਿਆ ਨਹੀਂ ਲੇਕਿਨ ਮੈਂ ਦੇਖਿਆ ਜ਼ਰੂਰ ਹੈ। ਅਤੇ ਮੈਂ ਕਹਾਂਗਾ ਵੀ ਪੰਜਾਬ ਪੁਲਿਸ ਲਈ ਅਤੇ ਬਾਕੀ ਐਗਜ਼ਾਮ ਲਈ ਇਹਨਾਂ ਦਾ ਬਹੁਤ ਵਧੀਆ ਪਲੇਟਫਾਰਮ ਹੈ, ਬੜੀ ਵਧੀਆ ਤਿਆਰੀ ਕਰਵਾਉਂਦੇ ਨੇ। ਅਤੇ ਤੁਸੀਂ ਡੈਮੋ ਲਾ ਕੇ ਦੇਖੋ, ਤੁਹਾਨੂੰ ਆਪੇ ਫ਼ਰਕ ਨਜ਼ਰ ਆਏਗਾ। ਬਾਕੀ ਅਕੈਡਮੀਆਂ ਦੀ ਡੈਮੋ ਲਾ ਲਓ ਅਤੇ ਇਹਨਾਂ ਦੇ ਡੈਮੋ ਲਾ ਲਓ, ਪ੍ਰਲੋਭਨਾਂ 'ਚ ਨਾ ਆਇਓ। ਪ੍ਰਲੋਭਨ ਜਿਹੜੇ ਆ ਉਹ ਬਹੁਤ ਖਰਾਬ ਹੁੰਦੇ ਆ, ਨੁਕਸਾਨ ਹੀ ਹੋਊਗਾ। ਉਹਦੇ ਬਾਅਦ ਜਿਹੜਾ ਹੈ ਪੁਰਾਣੇ ਮੇਰੇ ਸਾਥੀ ਤਿਆਰੀ ਕਰ ਚੁੱਕੇ ਨੇ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਵੀ ਰਿਪੀਟੇਸ਼ਨ 'ਤੇ ਜ਼ੋਰ ਦਿਓ ਜਿੰਨਾ ਦੇ ਸਕਦੇ ਹੋ। ਉਹਦੇ ਬਾਅਦ ਵੀ ਤੁਹਾਨੂੰ ਲੱਗਦਾ ਹੈ ਕੋਈ ਵੀਕ ਪੁਆਇੰਟ ਹੈ ਤੁਹਾਡਾ, ਉਹ ਦੇਖੋ, ਉਹਦੇ 'ਤੇ ਧਿਆਨ ਦਿਓ। ਅਤੇ ਸਭ ਤੋਂ ਵੱਡੀ ਗੱਲ ਹੈ, ਜਦੋਂ ਆਪਾਂ ਆਉਂਦੇ ਹਾਂ ਜੀਕੇ ਬਹੁਤ ਵਾਸਟ ਸਬਜੈਕਟ ਹੈ। ਇਹਦੇ 'ਚ ਪਹਿਲਾਂ ਤੁਸੀਂ ਦੇਖੋ ਕਿ ਮੇਜਰ ਸਬਜੈਕਟ ਨੇ ਉਹ ਕਵਰ ਕਰੋ। ਇੱਦਾਂ ਨਹੀਂ ਕਿ ਤੁਸੀਂ ਉਹ ਟੌਪਿਕ ਕਵਰ ਕਰ ਲਓ ਜਿਨ੍ਹਾਂ 'ਚ ਕੁਐਸਚਨ ਤਾਂ 1 ਨੰਬਰ ਦਾ ਆਉਣਾ ਹੈ, ਪਰ ਉਹਦਾ ਸਿਲੇਬਸ ਬਹੁਤ ਵਾਸਟ ਹੈ। ਜਿਵੇਂ ਆਪਣੇ ਪੰਜਾਬ ਪੁਲਿਸ 'ਚ ਐਕਟ ਪੁੱਛੇ ਗਏ ਸੀ, ਪੋਸਕੋ ਐਕਟ ਹੈ, ਐਡਵੋਕੇਟ ਐਕਟ ਹੈ, ਅਤੇ ਇਹਨਾਂ ਐਕਟ ਬਾਰੇ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੂੰਗਾ ਕਿ ਜਦੋਂ ਤੁਸੀਂ ਤਿਆਰੀ ਕਰ ਰਹੇ ਹੋ, ਲਾਸਟ 'ਚ ਬੰਦੇ ਨੂੰ ਆਏ ਹੁੰਦਾ ਵੀ ਮੈਂ ਜ਼ਿਆਦਾ ਤੋਂ ਜ਼ਿਆਦਾ ਸਿਲੇਬਸ ਜਿਹੜਾ ਹੈ ਕਵਰ ਕਰ ਲਾਂ। ਅਤੇ ਕਈ ਅਕੈਡਮੀਜ਼ ਨੇ ਜਾਂ ਕਈ ਅਜਿਹੇ ਬੰਦੇ ਹੁੰਦੇ ਨੇ ਜਿਹੜੇ ਆਪਾਂ ਨੂੰ ਮਿਸਗਾਈਡ ਕਰਨਾ ਚਾਹੁੰਦੇ ਨੇ, ਅਤੇ ਲਾਸਟ ਵਾਲੇ 10-15 ਦਿਨਾਂ 'ਚ ਉਹ ਆਪਾਂ ਨੂੰ ਐਕਟ ਦੀਆਂ ਜਾਂ ਇੱਦਾਂ ਦੇ ਮਟੀਰੀਅਲ ਪ੍ਰੋਵਾਈਡ ਕਰਵਾਉਂਦੇ ਨੇ ਜਿਨ੍ਹਾਂ ਨੂੰ ਆਪਾਂ ਯਾਦ ਨਹੀਂ ਕਰ ਸਕਦੇ, ਅਤੇ ਉਹ ਚਾਹੁੰਦੇ ਆ ਵੀ ਬੱਚੇ ਜਿਹੜੇ ਹੈਗੇ ਉਹ ਮਿਸਗਾਈਡ ਹੋਣ। ਅਤੇ ਆਪਾਂ ਉਹ ਚੀਜ਼ ਨੂੰ ਲੈ ਕੇ ਨਹੀਂ ਚੱਲਣਾ ਕਿ ਇੱਕ ਕੁਐਸਚਨ ਲਈ ਆਪਾਂ 50 ਕੁਐਸਚਨ ਛੱਡੀਏ। ਤਾਂ ਜੀਕੇ 'ਤੇ ਜ਼ਰੂਰ ਧਿਆਨ ਦੇਣਾ ਹੈ, ਜਿਹੜੇ ਸਬਜੈਕਟ ਇੰਪੋਰਟੈਂਟ ਨੇ ਉਹਨਾਂ ਨੂੰ, ਜਿਨ੍ਹਾਂ 'ਚੋਂ ਇੱਕ ਕੁਐਸਚਨ ਆਉਣਾ ਹੈ ਉਹਨਾਂ ਨੂੰ ਸਭ ਤੋਂ ਲਾਸਟ 'ਚ ਰੱਖਣਾ ਆਪਾਂ। ਅਤੇ ਜਦੋਂ ਆਪਾਂ ਪੇਪਰ ਅਟੈਂਪਟ ਕਰਨ ਜਾਂਦੇ ਹਾਂ ਉਦੋਂ ਵੀ ਮੈਂ ਦੱਸਦਾ ਕਿ ਹਰੇਕ ਜਿਹੜਾ ਬੱਚਾ ਹੈ ਉਸ ਤੋਂ ਸਿਲੀ ਮਿਸਟੇਕਸ ਹੁੰਦੀਆਂ ਹੀ ਹੁੰਦੀਆਂ। ਜਾਂ ਤਾਂ ਉਹ ਸਰਕਲ ਡਾਰਕ ਕਰਨ 'ਚ ਪ੍ਰੋਬਲਮ ਕਰਦਾ, ਜਲਦਬਾਜ਼ੀ ਹੋ ਜਾਂਦੀ ਹੈ, ਨਰਵਸਨੈਸ ਹੋ ਜਾਂਦੀ ਹੈ, ਉਹਨੂੰ ਲੱਗਦਾ ਜਿਹੜੀ ਦੀ ਫੁੱਲ ਤਿਆਰੀ ਹੁੰਦੀ ਉਹਨੂੰ ਐਂ ਲੱਗਦਾ ਯਾਰ ਪੇਪਰ ਤਾਂ ਸੌਖਾ ਆ ਗਿਆ, ਸਾਰਿਆਂ ਲਈ ਸੌਖਾ ਹੈ ਅਤੇ ਮੇਰੇ ਤੋਂ ਅੱਗੇ ਨਿਕਲ ਜਾਣਗੇ। ਤੁਸੀਂ ਜਲਦਬਾਜ਼ੀ ਨਹੀਂ ਕਰਨੀ, ਬਸ ਇੰਨਾ ਹੈ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ ਵਿਦ ਐਕੂਰੇਸੀ, ਤਾਂ ਕਿ ਤੁਸੀਂ ਇੱਕ ਵਾਰ ਪੇਪਰ ਦੇ ਦੁਬਾਰਾ ਗੋ ਥਰੂ ਹੋ ਜਾਓ। ਇੱਕ ਵਾਰੀ ਪੇਪਰ ਕਰ ਲਿਆ, ਦੁਬਾਰਾ ਗੋ ਥਰੂ ਹੋ ਜਾਓ। ਬਾਕੀ ਮੇਰਾ ਪੇਪਰ ਕਰਨ ਦੀ ਸਟ੍ਰੈਟਜੀ ਹੈ ਜਿਹੜੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਮੈਂ ਪੇਪਰ ਨੂੰ 3 ਵਾਰੀ 'ਚ ਅਟੈਂਪਟ ਕਰਦਾ। ਪਹਿਲੀ ਵਾਰੀ ਜਦੋਂ ਮੈਂ ਪੇਪਰ ਦੇਖਦਾ ਮੈਂ ਸਿਰਫ ਉਹ ਕੁਐਸਚਨ ਦੇਖਦਾ ਜਿਹੜੇ ਮੈਨੂੰ ਸ਼ੋਰਲੀ ਆਉਂਦੇ ਆ ਅਤੇ 10 ਸੈਕਿੰਡ ਤੋਂ 15 ਸੈਕਿੰਡ ਦੇ ਵਿੱਚ ਹੋ ਜਾਂਦੇ ਆ। ਇੱਕ ਵਾਰੀ ਮੈਂ ਪੇਪਰ ਦੇ ਗੋ ਥਰੂ ਹੋਣਾ, 10-15 ਮਿੰਟ 'ਚ ਉਹ ਕੁਐਸਚਨ ਸਾਰੇ ਹੋ ਜਾਂਦੇ ਆ, ਚਾਹੇ ਜੀਕੇ ਹੈ, ਚਾਹੇ ਮੈਥ ਰੀਜਨਿੰਗ ਹੈ, ਚਾਹੇ ਇੰਗਲਿਸ਼ ਹੈ। ਅਤੇ ਉਹਦੇ ਬਾਅਦ ਸੈਕਿੰਡ ਟਾਈਮ ਮੈਂ ਉਹਨਾਂ ਕੁਐਸਚਨ 'ਤੇ ਆਉਂਦਾ ਜਿਹੜੇ ਮੈਨੂੰ ਸ਼ੋਰਲੀ ਆਉਂਦੇ ਆ ਬਟ ਥੋੜ੍ਹੇ ਟਾਈਮ ਟੇਕਿੰਗ ਨੇ। ਅਤੇ ਤੀਜੀ ਵਾਰੀ ਜਦੋਂ ਮੈਂ ਪੇਪਰ ਨੂੰ ਅਟੈਂਪਟ ਕਰਦਾ, ਤੀਜੀ ਅਤੇ ਲਾਸਟ ਵਾਰੀ, ਉਦੋਂ ਮੈਂ ਦੇਖਦਾ ਵੀ ਜਿਹੜੇ ਕੁਐਸਚਨ ਮੈਨੂੰ ਐਂ ਲੱਗਦਾ ਵੀ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ, ਵੀ ਜਿਹੜੇ ਹੋ ਸਕਦੇ ਲੇਕਿਨ ਬਹੁਤ ਟਾਈਮ ਲੱਗਦਾ ਉਹਨਾਂ 'ਤੇ, ਯਾਨੀ ਕਿ ਜਿਹੜੇ ਡਾਊਟਫੁਲ ਹੁੰਦੇ ਆ ਉਹਨਾਂ 'ਤੇ। ਇਹ ਸਟ੍ਰੈਟਜੀ ਅਗਰ ਤੁਸੀਂ ਆਪਦੇ ਮੌਕ ਟੈਸਟ 'ਚ ਫੋਲੋ ਕਰੋਗੇ ਤਾਂ ਤੁਹਾਨੂੰ ਬਹੁਤ ਇੰਪਰੂਵਮੈਂਟ ਮਿਲੂਗੀ। ਅਤੇ ਮੇਰੇ ਵੱਲੋਂ ਤਾਂ ਤੁਹਾਨੂੰ ਆਹੀ ਗਾਈਡੈਂਸ ਹੈ। ਬਾਕੀ ਤੁਹਾਨੂੰ ਜਿਹੜੀ ਵੀ ਗਾਈਡੈਂਸ ਰਹਿੰਦੀ ਹੈ ਸਰ ਨੇ ਗਾਈਡ ਕੀਤਾ ਵੀ ਹੈ ਅਤੇ ਸਮੇਂ-ਸਮੇਂ 'ਤੇ ਗਾਈਡ ਕਰਦੇ ਵੀ ਰਹਿਣਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਸ਼ਿਵ ਸ਼ੰਕਰ ਜੀ, ਤੁਹਾਡਾ ਬਹੁਤ ਵੈਲਿਊਏਬਲ ਪੁਆਇੰਟ ਦੱਸੇ। ਮੈਨੂੰ ਲੱਗਦਾ ਕੁਝ ਛੱਡਿਆ ਨਹੀਂ ਇਹਨਾਂ ਨੇ ਪਿੱਛੇ ਤੁਹਾਡੇ ਲਈ। ਅਤੇ ਇਸ ਤੋਂ ਇਲਾਵਾ 1-2 ਚੀਜ਼ਾਂ ਲਾਸਟ 'ਤੇ ਮੈਂ ਸਮਰਾਈਜ਼ ਕਰਦਾ। ਜਿਵੇਂ ਇਹਨਾਂ ਨੇ ਐਕਟ ਬਾਰੇ ਗੱਲ ਕੀਤੀ, ਬੇਅਰ ਐਕਟਸ ਆਏ ਸੀਗੇ, ਜਿਵੇਂ ਕਰੰਟ ਲੀਗਲ ਡਿਵੈਲਪਮੈਂਟ ਦਾ ਪਾਰਟ ਆ, ਜਿਵੇਂ ਐਡਵੋਕੇਟ ਐਕਟ ਤੁਹਾਡੇ ਪੇਪਰ ਸਬ ਇੰਸਪੈਕਟਰ ਦੇ ਪੇਪਰਾਂ 'ਚ ਆਏ, ਜਾਂ ਫਿਰ ਪੋਕਸੋ ਐਕਟ 'ਚੋਂ ਕੁਐਸਚਨ ਆਏ। ਇਹ ਜਿਹੜੇ ਐਕਟ ਵਾਲੇ ਕੁਐਸਚਨ ਆ ਹਰੇਕ ਪੇਪਰ ਵਿੱਚ 2 ਜਾਂ 3 ਆਏ ਹੋਣਗੇ ਲਗਭਗ, ਜਾਂ ਫਿਰ 1 ਆਇਆ ਹੋਊਗਾ। ਠੀਕ ਆ, ਤੁਸੀਂ ਮੰਨ ਲਓ ਤਿਆਰੀ ਕਰ ਰਹੇ ਹੋ, ਜਿਵੇਂ ਇਹਨਾਂ ਨੇ ਦੱਸਿਆ, ਸਭ ਤੋਂ ਪਹਿਲਾਂ ਤਾਂ ਉਹੀ ਪੋਰਸ਼ਨ ਕਰੋ ਜਿੰਨਾ 'ਚੋਂ ਜ਼ਿਆਦਾ ਆਉਣਾ ਪੇਪਰ ਦੇ ਵਿੱਚ। ਅਤੇ ਜੇ ਕਿਸੇ ਨੂੰ ਲੱਗਦਾ ਕਿ ਮੇਰੀ ਬਾਕੀ ਸਾਰਾ ਕੁਝ ਕੰਪਲੀਟ ਹੋ ਗਿਆ, ਰਿਵੀਜ਼ਨਾਂ ਵੀ ਵਧੀਆ ਹੋ ਗਈਆਂ, ਉਸ ਤੋਂ ਬਾਅਦ ਤੁਸੀਂ ਐਕਟ ਵਾਲੇ ਪਾਸੇ ਜਾ ਸਕਦੇ ਹੋ।
ਪਰ ਇਹ ਨਾ ਹੋਵੇ ਤੁਸੀਂ ਪਹਿਲਾਂ ਐਕਟ ਚੱਕ ਕੇ ਬਹਿ ਜਾਓ ਅਤੇ ਬਾਕੀ ਚੀਜ਼ਾਂ ਨੂੰ ਬਾਅਦ 'ਚ ਛੱਡ ਦਿਓ। ਅਤੇ ਜਿਵੇਂ ਐਕਟ ਬਾਰੇ ਮੈਂ ਪਹਿਲਾਂ ਆਲਰੇਡੀ ਵੀ ਦੱਸ ਚੁੱਕਿਆ, ਇੱਕ ਅੱਧੀ ਵੀਡੀਓ ਮੈਂ ਪਾਈ ਵੀ ਸੀ ਐਡਵੋਕੇਟ ਐਕਟ ਦੀ ਇਸ ਚੈਨਲ ਦੇ ਉੱਤੇ, ਤੁਸੀਂ ਉਹ ਦੇਖ ਸਕਦੇ ਹੋ। ਬਾਕੀ ਜੇ ਕਿਸੇ ਨੂੰ ਲੱਗੇ ਵੀ ਐਕਟ ਕਿੱਥੋਂ ਕਰਨੇ ਆ, ਨਹੀਂ ਕਰ ਪਾ ਰਹੇ, ਤਾਂ ਤੁਸੀਂ ਬੇਅਰ ਐਕਟ ਆਉਂਦੇ ਆ ਮਾਰਕੀਟ ਵਿੱਚ, ਉਹ ਦੇਖ ਸਕਦੇ ਹੋ। ਪਰ ਉਹੀ ਆ ਵੀ ਉਹ ਚੀਜ਼ਾਂ ਨੂੰ ਉਦੋਂ ਚੱਕਿਓ, ਐਕਟ ਨੂੰ ਉਦੋਂ ਚੱਕੋ ਜਦੋਂ ਬਾਕੀ ਸਾਰਾ ਸਿਲੇਬਸ ਕੰਪਲੀਟ ਹੋ ਗਿਆ। ਅਤੇ ਇਸ ਤੋਂ ਇਲਾਵਾ ਕਈ ਕੈਂਡੀਡੇਟਸ ਜਿਵੇਂ ਨਵੀਂ ਤਿਆਰੀ ਸ਼ੁਰੂ ਕਰ ਰਹੇ ਹੋਣਗੇ, ਜਿਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ, ਉਹ ਮੈਨੂੰ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਸਬ ਇੰਸਪੈਕਟਰ ਪੀਪੀ ਨਾਮ 'ਤੇ ਟੈਲੀਗ੍ਰਾਮ ਦੇ ਉੱਪਰ ਗਰੁੱਪ ਬਣਾਇਆ ਹੋਇਆ ਹੈ, ਉਹਦੇ ਵਿੱਚ ਜਾ ਕੇ ਤੁਸੀਂ ਓਨਰ ਦੇ ਵਿੱਚ ਮੈਨੂੰ ਟੈਕਸਟ ਕਰ ਸਕਦੇ ਹੋ, ਜਾਂ ਫਿਰ ਇੰਸਟਾਗ੍ਰਾਮ ਦੇ ਉੱਤੇ JS ਭੁੱਲਰ ਵਲੋਗਸ ਨਾਮ ਤੋਂ ਮੇਰਾ ਪੇਜ ਹੈਗਾ ਆ, ਉੱਥੇ ਮੈਨੂੰ ਮੈਸੇਜ ਕਰ ਸਕਦੇ ਹੋ। ਅਤੇ ਅਦਰਵਾਈਜ਼ ਜੇ ਕੋਈ ਬੰਦਾ ਜਾਂ ਕੋਈ ਕੈਂਡੀਡੇਟ ਤਿਆਰੀ ਕਰ ਰਿਹਾ ਅਤੇ ਉਹ ਔਨਲਾਈਨ ਤਿਆਰੀ ਜਾਂ ਆਫਲਾਈਨ ਤਿਆਰੀ ਕਰਨਾ ਚਾਹੁੰਦਾ ਹੈ ਸੰਘਰਸ਼ ਅਕੈਡਮੀ ਤੋਂ, ਤਾਂ 74 950 37 125 ਇਸ ਨੰਬਰ 'ਤੇ ਕਾਲ ਕਰ ਸਕਦਾ ਆ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਇੱਦਾਂ ਦੀਆਂ ਹੋਰ ਵੀਡੀਓਜ਼, ਇਨਫੋਰਮੇਸ਼ਨਲ ਵੀਡੀਓਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ, ਜੀ ਤੁਹਾਨੂੰ ਪਤਾ ਲੱਗੇ ਵੀ ਹਾਂ ਅਸੀਂ ਇਹ ਚੀਜ਼ਾਂ 'ਤੇ ਗੁੰਮਰਾਹ ਤਾਂ ਨਹੀਂ ਹੋ ਰਹੇ, ਸਾਡੀ ਤਿਆਰੀ ਇਫੈਕਟਿਵਲੀ ਹੋ ਸਕੇ, ਤਾਂ ਉਸ ਚੀਜ਼ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਐਟ ਦਾ ਐਂਡ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਰਿਆਂ ਨੇ ਇੰਨਾ ਪੇਸ਼ੈਂਸ ਨਾਲ ਇਹ ਸਾਰੀ ਚੀਜ਼ਾਂ ਸੁਣੀਆਂ, ਅਤੇ ਹੋਪਫੁਲੀ ਆਉਣ ਵਾਲੇ ਟਾਈਮ 'ਚ ਐਗਜ਼ਾਮ ਕਲੀਅਰ ਕਰ ਪਾਓਗੇ। ਧੰਨਵਾਦ ਜੀ ਸਾਰਿਆਂ ਦਾ, ਸਤਿ ਸ਼੍ਰੀ ਅਕਾਲ।